ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਰ ਸ਼੍ਰੀ ਹਰਗੋਬਿੰਦ। ਹਰਿ ਰਾਏ ਹਰਿ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਵਿੰਦ। ਸ਼੍ਰੀ ਗੁਰੂ ਬਚਨ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ। ਆਏ ਪ੍ਰਭ ਸ਼ਰਨਾਗਤੀ ਕਿਰਪਾ ਨਿਧ ਦਿਆਲ। ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ। ਏਕ ਅੱਖਰ ਹਰ ਚੱਲ ਪਰੇ। ਏਕ ਦੋਏ ਦਿਵਸ ਅਗਾਰੀ ਤੁਰੈ। ਚਾਲਤ ਚਾਲਤ ਆਏ ਤਿਸ ਥਾਏ। ਜੈ ਪੰਜੋਖਰਾ ਗ੍ਰਾਮ ਸੁਹਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਗੁਰੂ ਪਿਆਰੀ ਸਾਧ ਸੰਗਤ ਜੀ, ਵੱਡੇ ਭਾਗ ਹਨ ਸਾਡੇ। ਗੁਰੂ ਜੀ ਕੀ ਜੋ ਸਾਧ ਸੰਗਤ ਹੈ, ਇਸ ਦੀ ਦਾਤ ਸਾਨੂੰ ਪ੍ਰਾਪਤ ਹੋਈ ਹੈ। ਲੜੀਵਾਰ ਅਸੀਂ 8ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ, ਤਿੰਨਾਂ ਦੇ ਇਤਿਹਾਸਕ ਪ੍ਰਸੰਗ ਸਰਵਣ ਕਰਦੇ ਆ ਰਹੇ ਹਾਂ। ਪਿਛਲੇ ਪ੍ਰਸੰਗ ਦੇ ਵਿੱਚ ਆਪ ਜੀ ਨੇ ਸਰਵਣ ਕੀਤਾ ਹੈ ਕਿ ਜਦੋਂ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਰਾਜਾ ਜੈ ਸਿੰਘ ਦਾ ਸੱਦਾ ਪੱਤਰ ਪ੍ਰੇਮ ਦੁਆਰਾ ਭੇਜਿਆ ਹੋਇਆ ਕਬੂਲਿਆ, ਕੀਰਤਪੁਰ ਸਾਹਿਬ ਛੱਡ ਕੇ ਦਿੱਲੀ ਦੇ ਵੱਲ ਜਦੋਂ ਤਿਆਰੀਆਂ ਕੀਤੀਆਂ ਨੇ ਆਉਣ ਦੀਆਂ, ਨਾਲ ਉਹਨਾਂ ਦੇ ਦੂਤ ਆਏ ਨੇ, ਕੁਝ ਸੂਰਮੇ ਆਏ ਨੇ, ਸੰਗਤਾਂ ਆ ਰਹੀਆਂ ਨੇ। ਰਸਤੇ ਦੇ ਵਿੱਚ ਗੁਰੂ ਸਾਹਿਬ ਜੀ ਡੇਰਾ ਕਰਦੇ ਆਉਂਦੇ ਨੇ, ਕਿਉਂਕਿ ਜਿਵੇਂ ਜਿਵੇਂ ਪਤਾ ਲੱਗਦਾ ਦੂਰੋਂ ਦੂਰੋਂ ਸਾਧ ਸੰਗਤ, ਇਸਤਰੀਆਂ ਆਪਣੇ ਬੱਚਿਆਂ ਨੂੰ ਲੈ ਕੇ, ਬਜ਼ੁਰਗ ਤੇ ਆਦਿ ਨੌਜਵਾਨ ਸਾਰੇ ਹੀ ਗੁਰੂ ਜੀ ਕੇ ਦਰਸ਼ਨਾਂ ਲਈ ਪਹੁੰਚੇ ਹਨ। ਇੱਦਾਂ ਫਿਰ ਗੁਰੂ ਮਹਾਰਾਜ ਨੇ ਸਭ ਨੂੰ ਦਰਸ਼ਨ ਦਿੱਤੇ ਨੇ, ਸਭ ਦੀਆਂ ਮਨੋਕਾਮਨਾਵਾਂ ਭਾਵਨਾਵਾਂ ਪੂਰੀਆਂ ਕਰ ਦਿੱਤੀਆਂ। ਰਸਤੇ ਦੇ ਵਿੱਚ ਜਾਂਦੇ ਹੋਏ ਸਿੱਖਾਂ ਨੂੰ ਖੁਸ਼ੀਆਂ ਬਖਸ਼ੀਆਂ ਨੇ, ਹਰ ਇੱਕ ਦੀ ਤਮੰਨਾ ਪੂਰੀ ਕੀਤੀ ਹੈ। ਇਹ ਵਾਲਾ ਪ੍ਰਸੰਗ ਆਪ ਜੀ ਨੇ ਸਰਵਣ ਕੀਤਾ ਸੀ। ਸੋ ਆਓ ਅੱਗੇ ਹੁਣ ਗੁਰੂ ਮਹਾਰਾਜ ਪੰਜੋਖਰੇ ਨਾਮ ਦੇ ਨਗਰ ਵਿੱਚ ਜਦੋਂ ਗਏ, ਉੱਥੇ ਕਿਹੜੀ ਘਟਨਾ ਵਾਪਰੀ, ਇਸੇ ਪ੍ਰਸੰਗ 'ਚ ਆ ਰਿਹਾ ਹੈ ਜੀ। ਮਨ ਨੂੰ ਕਰੀਏ ਇਕਾਗਰ, ਬਿਰਤੀਆਂ ਨੂੰ ਜੋੜੀਏ ਸਾਹਿਬ ਜੀ ਦੇ ਚਰਨਾਂ ਦੇ ਵਿੱਚ।
श्री गुरु जी का जो इतिहास है करिए जी श्रवण। ਪੁੰਨ ਸਤ ਗੌਰ ਮਾਰਗ ਚੱਲ ਪਰੇ, ਇੱਕ ਦੋਏ ਦਿਵਸ ਅਗਾਰੀ ਤੁਰੈ। ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਿਹੜੇ ਨੇ ਰਾਹੇ ਰਾਹ ਚੱਲ ਪਏ ਨੇ। ਇੱਕ ਦੋ ਦਿਨ ਇਦਾਂ ਫਿਰ ਅੱਗੇ ਚਲੇ ਗਏ। ਚਾਲਤ ਚਾਲਤ ਆਏ ਤਿਸ ਥਾਏ, ਜਾਏ ਪੰਜੋਖਰਾ ਗ੍ਰਾਮ ਸੁਹਾਏ। ਚੱਲਦੇ ਚੱਲਦੇ ਨਾ ਉਸ ਜਗ੍ਹਾ ਤੇ ਆਏ ਨੇ ਜਿੱਥੇ ਹੁਣ ਅੱਜ ਪੰਜੋਖਰਾ ਸਾਹਿਬ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ। ਡੇਰਾ ਕਰਿਓ ਆਏ ਕਰ ਜਬੈ, ਸਿੱਖ ਵਿਦੇਸੀ ਪਹੁੰਚਿਓ ਤਵੈ। ਜਦੋਂ ਆ ਕੇ ਉਸ ਜਗ੍ਹਾ ਦੇ ਉੱਪਰ ਡੇਰਾ ਕੀਤਾ, ਕੁਝ ਵਿਦੇਸ਼ੀ ਸਿੱਖ ਦਰਸ਼ਨਾਂ ਲਈ ਉੱਥੇ ਪਹੁੰਚ ਗਏ ਹਨ। ਖਰੇ ਹੋਈ ਅਰਦਾਸ ਉਚਾਰੀ, ਗੁਰੂ ਜੀ ਸੰਗਤ ਆਵਤ ਭਾਰੀ। ਫਿਰ ਖੜੇ ਹੋ ਕੇ ਅਰਦਾਸ ਉਚਾਰਨ ਕੀਤੀ ਆ ਤੇ ਕਹਿਣ ਲੱਗੇ, ਗੁਰੂ ਜੀ ਭਾਰੀ ਸੰਗਤ ਆ ਰਹੀ ਹੈ ਦਰਸ਼ਨਾਂ ਵਾਸਤੇ। ਇੱਕ ਦਿਨ ਇਹਾਂ ਮਕਾਮ ਕਰੀਜੈ, ਪ੍ਰੇਮੀ ਸਿੱਖਿਆਨ ਦਰਸ਼ਨ ਦੀਜੈ। ਇੱਕ ਦਿਨ ਇੱਥੇ ਨਾ ਤੁਸੀਂ ਮੁਕਾਮ ਕਰੋ, ਪ੍ਰੇਮ ਦੇ ਨਾਲ ਸਿੱਖਾਂ ਨੂੰ ਦਰਸ਼ਨ ਦੇਣੇ ਕਰੋ ਜੀ। ਸੁਣ ਸ੍ਰੀ ਸਤਿਗੁਰ ਹਿਰਦੈ ਵਿਚਾਰੀ, ਨਿਤ ਪ੍ਰਤ ਸੰਗਤ ਪਹੁੰਚਤ ਭਾਰੀ। ਇਹ ਸੁਣ ਕੇ ਸਤਿਗੁਰੂ ਮਹਾਰਾਜ ਨੇ ਹਿਰਦੇ ਵਿੱਚ ਵਿਚਾਰਿਆ ਹੈ ਕਿ ਨਿਤ ਪ੍ਰਤੀ ਹੀ ਵੱਡੀ ਗਿਣਤੀ ਵਿੱਚ ਸੰਗਤਾਂ ਦਰਸ਼ਨ ਲਈ ਆ ਰਹੀਆਂ ਹਨ। ਹਮਕੋ ਗਮਨਤ ਸੁਣ ਬਹੁਤਾਵੈ, ਮਾਰਗ ਵਿਖੇ ਸਮਰਥ ਉਕਲਾਵੈ। ਭਾਵ ਕਿ ਜਦੋਂ ਪਤਾ ਲੱਗਦਾ ਸੰਗਤਾਂ ਨੂੰ ਅਸੀਂ ਦਿੱਲੀ ਨੂੰ ਜਾ ਰਹੇ ਹਾਂ, ਪ੍ਰੇਮ ਦੇ ਬੰਨੇ ਹੋਏ ਭੱਜੇ ਭੱਜੇ ਆਉਂਦੇ ਨੇ, ਰਾਹ ਦੇ ਵਿੱਚ ਥੱਕ ਜਾਂਦੇ ਨੇ, ਵਿਆਕੁਲ ਹੋ ਜਾਂਦੇ ਹਨ ਜੀ। ਜਾਂ ਤੇ ਕਸ ਉਪਾਏ ਅਸ ਕੀਜੈ, ਸਿੱਖ ਸਿੱਖਿਅਨ ਕੈ ਬਾਕ ਖਰੀਜੈ। ਇਸ ਕਰਕੇ ਕੁਝ ਐਸਾ ਉਪਾਅ ਕਰੀਏ, ਸਭ ਸਿੱਖਾਂ ਨੂੰ ਬਚਨ ਕਰਕੇ ਨਾ ਇਸ ਜਗ੍ਹਾ ਤੇ ਹੀ ਕੋਈ ਐਸੀ ਵਿਧੀ ਬਣਾਈਏ ਕਿ ਸੰਗਤਾਂ ਪਰੇਸ਼ਾਨ ਨਾ ਹੋਣ, ਉਹਨਾਂ ਨੂੰ ਕੋਈ ਦੁੱਖ ਨਾ ਹੋਵੇ। ਇਸ ਪ੍ਰਕਾਰ ਦਾ ਇਤਨੇ ਮੈਂ ਜੈ ਸਿੰਘ ਕੋ ਦੂਤ, ਆਇਓ ਜੈ ਬੈਠੇ ਗੁਰਪੂਤ। ਇੰਨੇ ਸਮੇਂ ਦੇ ਵਿੱਚ ਜੈ ਸਿੰਘ ਦਾ ਭੇਜਿਆ ਹੋਇਆ ਦੂਤ ਬਜ਼ੁਰਗ ਉੱਥੇ ਆਇਆ ਜਿੱਥੇ ਗੁਰੂ ਮਹਾਰਾਜ ਸਜੇ ਹੋਏ ਹਨ। ਨਮਸਕਾਰ ਕਰ ਬੈਸਿਓ ਪਾਸ, ਹੱਥ ਬੰਦ ਬੋਲਿਓ ਅਰਦਾਸ। ਨਮਸਕਾਰ ਕਰਕੇ ਉਹ ਪਾਸ ਬੈਠ ਗਿਆ ਤੇ ਹੱਥ ਜੋੜ ਕੇ ਉਸਨੇ ਨਾ ਫਿਰ ਬੇਨਤੀ ਕੀਤੀ। ਕੀਰਤਪੁਰ ਤੇ ਜਵਨੇ ਕਸਾਈ, ਕੇਤਕ ਦਿਵਸ ਮਕਾਮ ਬਤਾਏ। ਉਹ ਫਿਰ ਕਹਿਣ ਲੱਗਾ ਕਿ ਕੀਰਤਪੁਰ ਤੋਂ ਜਦ ਦੇ ਨਿਕਲ ਕੇ ਆਏ ਹੋ ਮਹਾਰਾਜ ਜੀ, ਬਾਰ-ਬਾਰ ਆਉਣਾ ਕੀਤਾ, ਰਸਤੇ ਵਿੱਚ ਕਈ ਦਿਨ ਡੇਰਿਆਂ ਵਿੱਚ ਹੀ ਬਤੀਤ ਕਰ ਦਿੱਤੇ ਹਨ ਆਪ ਜੀ ਨੇ। ਇਸ ਪ੍ਰਕਾਰ ਪਹੁੰਚਿਓ ਕਬ ਜੈ ਕੇ, ਮਗ ਮੈਂ ਦੇਹੋ ਬਹੁ ਕਾਲ ਬਤੈ ਕੈ। ਇਸ ਪ੍ਰਕਾਰ ਕਦੋਂ ਜਾ ਕੇ ਪਹੁੰਚਾਂਗੇ, ਰਾਹ ਦੇ ਵਿੱਚ ਹੀ ਬਹੁਤ ਸਾਰਾ ਜਿਹੜਾ ਸਮਾਂ ਹੈ ਬਤੀਤ ਹੋ ਜਾਵੇਗਾ। ਕਦੋਂ ਦਿੱਲੀ ਪਹੁੰਚਿਆ ਜਾਵੇਗਾ ਸਾਡੇ ਤੋਂ। ਜਉ ਦੋਸ ਕੀ ਗਨ ਸੰਗਤ ਆਵੈ, ਸਭ ਦਰਸ਼ਨ ਚਿਤ ਚਾਹਤ ਤਾਵੈ। ਚਾਰੇ ਪਾਸਿਆਂ ਤੋਂ ਬਹੁਤ ਸੰਗਤ ਆਉਂਦੀ ਹੈ, ਸਾਰੇ ਹੀ ਦਰਸ਼ਨਾਂ ਵਾਸਤੇ ਨਾ ਭੱਜੇ ਭੱਜੇ ਆਉਂਦੇ ਹਨ। ਕਰੋ ਆਪਾਓ ਆਪ ਕੋ ਐਸੇ, ਮਗ ਮੈਂ ਬੋਧਨ ਬੀਤੇ ਨ ਜੈਸੇ। ਗੁਰੂ ਜੀ ਤੁਸੀਂ ਕੋਈ ਇਹੋ ਜਿਹਾ ਉਪਾਅ ਕਰ ਦਿਓ ਜਿਹਦੇ ਕਰਕੇ ਰਾਹ ਦੇ ਵਿੱਚ ਹੁਣ ਬਹੁਤ ਸਾਰੇ ਦਿਨ ਨਾ ਲੰਘ ਜਾਣ, ਬਤੀਤ ਨਾ ਹੋਣ। ਇਦਾਂ ਦੀ ਕੋਈ ਵਿਧੀ ਬਣਾ ਦਿਓ। ਸੁਣ ਸਤਿਗੁਰ ਨੇ ਤੀਰਜ ਦੀਨਿਓ,
ਐਵਹੀ ਕਰੇ ਜਥਾ ਤੁਮ ਚੀਨਿਓ। ਉਸ ਜਿਹੜਾ ਦੂਤ ਸੀ ਨਾ, ਉਹਦੀ ਬੇਨਤੀ ਸੁਣ ਕੇ ਸਤਿਗੁਰੂ ਗੁਰੂ ਮਹਾਰਾਜ ਜੀ ਨੇ ਉਸ ਨੂੰ ਧੀਰਜ ਦਿੱਤਾ। ਕਹਿਣ ਲੱਗੇ ਇਸ ਤਰ੍ਹਾਂ ਹੀ ਕਰਾਂਗੇ ਜਿਵੇਂ ਤੁਸਾਂ ਨੇ ਸਮਝਿਆ ਹੈ। ਉਤਰਿਓ ਹੁਤੋ ਜਹਾਂ ਸਭ ਡੇਰਾ, ਤੈ ਸਿਕਤਾ ਥਲ ਸੁੰਦਰ ਹੇਰਾ। ਜਿੱਥੇ ਫਿਰ ਡੇਰਾ ਲਾਇਆ ਸੀ ਮਹਾਰਾਜ ਨੇ, ਉਸ ਜਗ੍ਹਾ ਤੇ ਰੇਤਾ ਦਾ ਜਿਹੜਾ ਸੀ ਸੁੰਦਰ ਥਲ ਬਣਿਆ ਹੋਇਆ ਸੀ। ਇੱਕ ਜਗ੍ਹਾ ਸੀ, ਉੱਥੇ ਬੜੀ ਸਾਰੀ ਰੇਤਾ ਸੀ। ਉਹ ਮਹਾਰਾਜ ਨੇ ਦੇਖਿਆ ਹੈ ਜਦੋਂ। ਸ੍ਰੀ ਸਤਿਗੁਰ ਚਲ ਇਸ ਥਲ ਵੈਸੇ, ਖੇਲਣ ਲਗੇ ਅਪਰਸ ਜੈਸੇ। ਗੁਰੂ ਮਹਾਰਾਜ ਜੀ ਉਸ ਸਥਾਨ ਤੇ ਬੈਠ ਗਏ ਨੇ, ਹੋਰ ਬਾਲਕਾਂ ਦੇ ਨਾਲ ਜਿਹੜੇ ਉਹਨਾਂ ਦੀ ਹੀ ਉਮਰ ਦੇ ਸਨ, ਉਹਨਾਂ ਨਾਲ ਖੇਡਣ ਲੱਗੇ। ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ। ਸਹਿਤ ਪਭੂਖਨ ਕੋਮਲ ਹਾਥ, ਸ਼ੋਭ ਕੰਚਨ ਕੇ ਹੀਰਨ ਸਾਥ। ਗੁਰੂ ਸਾਹਿਬ ਜੀ ਦੇ ਕੋਮਲ ਹੱਥਾਂ ਦੇ ਵਿੱਚ ਬਹੁਤ ਸੁੰਦਰ ਕੰਗਣ ਪਾਏ ਹੋਏ ਸੀ, ਜਿਹੜੇ ਸੋਨੇ ਦੇ ਨਾਲ ਤੇ ਹੀਰੇ ਦੇ ਨਾਲ ਜੜੇ ਹੋਏ ਸਨ। ਉਹਨਾਂ ਹੱਥਾਂ ਦੇ ਨਾਲ ਬੱਚਿਆਂ ਦੇ ਵਿੱਚ ਖੇਡਣ ਲੱਗੇ ਹਨ ਸਾਹਿਬ ਜੀ। ਸਿੱਖਤਾ ਲਗੇ ਸਕੇਲਨ ਰਾਸ, ਪਸਰਿਓ ਪਰਿਓ ਪੈਰਥਮੀ ਚੌਪਾਸ। ਉਹ ਜਿਹੜੀ ਰੇਤ ਸੀ ਫਿਰ ਉਹ ਖਿਲਰੀ ਹੋਈ ਸੀ, ਉਹਨੂੰ ਇੱਕ ਥਾਂ ਇਕੱਠੀ ਕਰਨ ਲੱਗੇ। ਬੱਚਿਆਂ ਦੇ ਨਾਲ ਖੇਡਦੇ ਖੇਡਦੇ ਇਸ ਪ੍ਰਕਾਰ ਜਿਹੜੀ ਚਾਰੇ ਪਾਸੇ ਖਿਲਰੀ ਸੀ ਨਾ, ਉਹਨੂੰ ਸੱਜਿਓਂ ਖੱਬਿਓਂ ਇਕੱਠੀ ਕਰਨੀ ਸ਼ੁਰੂ ਕੀਤੀ ਹੱਥਾਂ ਦੇ ਨਾਲ। ਇਤ ਉਤ ਹਾਥ ਚਲਾਏ ਚਲਾਏ, ਕਰਿਓ ਢੇਰ ਉੱਚੋ ਤਿਸ ਥਾਏ। ਇੱਧਰ ਉੱਧਰ ਹੱਥ ਚਲਾ ਕੇ ਰੇਤ ਦਾ ਬਹੁਤ ਸਾਰਾ ਉੱਚਾ ਜਿਹੜਾ ਸੀ ਢੇਰ ਨਾ ਲਗਾ ਦਿੱਤਾ ਹੈ ਬੱਚਿਆਂ ਦੇ ਨਾਲ। ਜੋਂ ਦਿਸ ਤੇ ਨਿਜ ਕਰ ਸੋ ਪ੍ਰੇਤ, ਇੱਕ ਸਮ ਕਰਿਓ ਦਾਸ ਗਨ ਹੇਰਤ। ਉਹ ਜਿਹੜੀ ਰੇਤਾ ਖਿਲਰੀ ਹੋਈ ਸੀ ਸਾਰੀਆਂ ਨੂੰ ਆਪਣੇ ਹੱਥਾਂ ਦੇ ਨਾਲ ਤੇ ਬੱਚਿਆਂ ਨਾਲ ਮਿਲ ਕੇ ਢੇਰ ਬਰਾਬਰ ਕਰ ਦਿੱਤਾ। ਸਾਰੇ ਦਾਸਾਂ ਨੇ ਜਿਹੜਾ ਏ ਕਰਦਿਆਂ ਨੂੰ ਸਤਿਗੁਰੂ ਜੀ ਨੂੰ ਤੱਕਿਆ ਹੈ। ਜਾਣੇ ਬਾਲਕ ਲੀਲਾ ਕਰਹੀ, ਕੋ ਬੈਠੋ ਕੋ ਖਰੇ ਨਿਹਾਰਹੀ। ਉਹ ਸਮਝਦੇ ਸਨ ਕਿ ਗੁਰੂ ਮਹਾਰਾਜ ਜੀ ਹਨ ਜਿਹੜੇ ਉਹ ਬਾਲ ਲੀਲਾ ਕਰ ਰਹੇ ਨੇ। ਕਈ ਬੈਠੇ ਤੇ ਕਈ ਖੜੇ ਹੋ ਕੇ ਵੇਖਦੇ ਹਨ। ਸਿਕਤਾ ਢੋਰ ਲਾਏ ਗੁਰ ਕਹਿ, ਜੋ ਸਿੱਖ ਹਮ ਕੋ ਹੇਰਿਓ ਚਹਿ। ਫਿਰ ਰੇਤ ਦਾ ਢੇਰ ਲਗਾ ਕੇ ਗੁਰੂ ਮਹਾਰਾਜ ਕਹਿਣ ਲੱਗੇ, ਗੁਰੂ ਹਰਿਕ੍ਰਿਸ਼ਨ ਸਾਹਿਬ ਜੀ, ਜਿਹੜਾ ਵੀ ਸਿੱਖ ਸਾਡੇ ਦਰਸ਼ਨ ਕਰਨੇ ਚਾਹੁੰਦਾ ਹੈ, ਜਿਹੜਾ ਵੀ ਸਿੱਖ ਸਾਨੂੰ ਵੇਖਣਾ ਚਾਹੁੰਦਾ ਹੈ, ਸੋ ਇਸ ਸਥਾਨ ਲਗੋ ਚਲ ਆਏ, ਕਰੇ ਭਾਵਨਾ ਸੀਸ ਲਵਾਏ। ਉਹ ਇਸ ਸਥਾਨ ਤੱਕ ਚੱਲ ਕੇ ਆ ਜਾਵੇ, ਪ੍ਰੇਮ ਪਰ ਭਾਵਨਾ ਦੇ ਨਾਲ ਆਵੇ। ਇਵੇਂ ਪ੍ਰੇਮ ਦੇ ਨਾਲ ਸੀਸ ਝੁਕਾਵੇ ਇਸ ਸਥਾਨ ਤੇ ਆ ਕੇ। ਲਿਆਇਓ ਪੈਨ ਜੋ ਹਮ ਕਾਰਨ, ਅਰਟੈ ਇਹਾਂ ਹੋਇ ਦੁਖ ਟਾਰਨ। ਜਿਹੜੇ ਸਾਡੇ ਵਾਸਤੇ ਉਪਹਾਰ ਤੋਹਫੇ ਲੈ ਕੇ ਆਉਣਗੇ ਉਹ ਇੱਥੇ ਹੀ ਅਰਪਣ ਕਰ ਦੇਣ। ਇੱਥੇ ਆਉਣ ਦੇ ਨਾਲ ਹੀ ਉਹਨਾਂ ਦੇ ਸਾਰੇ ਦੁੱਖ ਜਿਹੜੇ ਨੇ ਦੂਰ ਹੋ ਜਾਣਗੇ। ਕਰੋ ਹੋਈ ਅਰਦਾਸ ਕਰਾਵੈ, ਜੋ ਨਰ ਹਮਰੇ ਪਾਸ ਪਹੁੰਚਾਵੈ। ਜਿਹੜਾ ਸਿੱਖ ਖੜਾ ਹੋ ਕੇ ਇੱਥੇ ਅਰਦਾਸ ਕਰਵਾਵੇਗਾ, ਉਹ ਮਨੁੱਖ ਉਹ ਉਪਹਾਰ ਸਾਡੇ ਪਾਸ ਪਹੁੰਚਾ ਦੇਵੇਗਾ। ਨਿਹਚਾ ਤਰੇ ਇਹਾਂ ਲਗ ਆਏ, ਅੱਗੇ ਤਰੇ ਨਹੀਂ ਪੁੰਨ ਪਾਏ। ਜਿਵੇਂ ਨਿਸ਼ਚਾ ਧਾਰ ਕੇ ਇੱਥੇ ਤੱਕ ਆਵੇ, ਇਸ ਤੋਂ ਵੀ ਅੱਗੇ ਪੈਰ ਨਾ ਧਰੇ, ਭਾਵ ਇਸ ਸਥਾਨ ਦੇ ਦਰਸ਼ਨ ਹੀ ਸਾਡੇ ਦਰਸ਼ਨ ਹੋਣਗੇ। ਹੁਣ ਜੋ ਹਮ ਦਰਸ਼ਨ ਲਾਵਰ ਵਸਾਲੇ, ਇਸ ਤਲ ਦਰਸੇ ਲਹਿ ਸਖਾਲੇ। ਇਸ ਸਥਾਨ ਦੇ ਦਰਸ਼ਨ ਕਰਕੇ ਆਸਾਨੀ ਦੇ ਨਾਲ ਜਿਹੜਾ ਲਾਭ ਆ ਪ੍ਰਾਪਤ ਹੋ ਜਾਵੇਗਾ।
ਜਿਹੜਾ ਵੀ ਇਸ ਸਥਾਨ ਦੇ ਆ ਕੇ ਦਰਸ਼ਨ ਕਰਿਆ ਕਰੇਗਾ। ਹਮਰੀ ਆਗਿਆ ਕੋਇਮ ਜਾਣੇ ਇਸ ਥਲ ਤੇ ਨੈ ਅਗਰ ਪਿਆਨੇ। ਇਸ ਨੂੰ ਸਾਡੀ ਆਗਿਆ ਹੀ ਜਾਣੋ, ਇਸ ਥਲ ਤੋਂ ਹੁਣ ਅੱਗੇ ਨਾ ਜਾਵੋ। ਭਾਵ ਕਿ ਗੁਰੂ ਮਹਾਰਾਜ ਬਾਲੜੇ ਪ੍ਰੀਤਮ ਜੀ ਹੋਣ ਕਰਕੇ ਗੁਰੂ ਸਾਹਿਬ ਜੀ ਦੀ ਅਸੀਸ ਉਹਨਾਂ ਨੂੰ ਮਿਲੀ, ਗੁਰੂ ਹਰਿਰਾਏ ਜੀ ਦੀ, ਤੇ ਗੁਰੂ ਦੀ ਪਦਵੀ ਉਹਨਾਂ ਇੰਨੀ ਛੋਟੀ ਉਮਰ 'ਚ ਪਾਈ। 5 ਸਾਲ ਦੀ ਉਮਰ ਵਿੱਚ ਗੱਦੀ ਤੇ ਬੈਠ ਗਏ ਤਾਂ ਸੰਗਤਾਂ ਐਸੇ ਗੁਰੂ ਦੇ ਦਰਸ਼ਨ ਕਰਨ ਲਈ ਆ ਰਹੀਆਂ ਸੀ। ਰਸਤੇ ਵਿੱਚ ਡੇਰੇ ਕਰਨੇ ਪੈ ਰਹੇ ਸੀ। ਦੂਤ ਨੇ ਆਖਿਆ, ਮਹਾਰਾਜ ਕਦੋਂ ਆਪਾਂ ਦਿੱਲੀ ਪਹੁੰਚਾਂਗੇ? ਜੇ ਇੱਦਾਂ ਹੀ ਰੁਕਦੇ ਰਹੇ ਬਹੁਤ ਦਿਨ ਹੋ ਗਏ ਰੁਕਦਿਆਂ ਨੂੰ। ਤਾਂ ਫਿਰ ਗੁਰੂ ਸਾਹਿਬ ਜੀ ਨੇ ਉੱਥੇ ਪੰਜੋਖਰੇ ਪਹੁੰਚ ਕੇ, ਛੋਟੀ ਉਮਰ ਸੀ ਭਾਵੇਂ, ਤੇ ਉਹ ਰੇਤ ਦਾ ਇੱਕ ਢੇਰ ਜਿਹੜੀ ਖਿਲਰੀ ਪਈ ਸੀ ਇਕੱਠਾ ਕਰਕੇ ਆਖਿਆ, ਅੱਜ ਤੋਂ ਫਿਰ ਇਸ ਸਥਾਨ ਦੇ ਦਰਸ਼ਨ ਹੀ ਸਾਡੇ ਦਰਸ਼ਨ ਹੋਣਗੇ। ਜਿਹੜਾ ਇਸ ਜਗ੍ਹਾ ਦੇ ਉੱਪਰ ਆਵੇਗਾ ਉਹਨੂੰ ਫਿਰ ਸਾਡੀਆਂ ਖੁਸ਼ੀਆਂ ਮਿਲਣੀਆਂ ਹਨ। ਜਬ ਹਮ ਸੋ ਮਿਲ ਪ੍ਰੇਮ ਵਡਾਏ ਤਿਵੇਂ ਇਸ ਥਲ ਤੇ ਫਲ ਕੋ ਪਾਏ। ਜਿਵੇਂ ਸਾਨੂੰ ਮਿਲ ਕੇ ਪ੍ਰੇਮ ਵਧਾਏ ਉਸ ਤਰ੍ਹਾਂ ਹੀ ਇਸ ਥਲ ਤੋਂ ਲਾਭ ਪ੍ਰਾਪਤ ਹੋ ਜਾਵੇਗਾ। ਗੁਰ ਸਿੱਖਨ ਸੁਖ ਦੇਖੋ ਕਾਰਨ ਤਾਕਨ ਸੁਨਾਵਤ ਕੀਨ ਉਚਾਰਨ। ਬਹੁਤ ਸਾਰੇ ਸਿੱਖਾਂ ਨੂੰ ਸੁੱਖ ਦੇਣ ਕਾਰਨ ਸਾਰਿਆਂ ਨੂੰ ਫਿਰ ਸੁਣਾ ਕੇ ਉਚਾਰਨ ਕੀਤਾ ਹੈ। ਇਕ ਨਿਸ਼ਾਨ ਤੈ ਖਰੋ ਕਰਾਏ ਕੋਸਕ ਸਿੱਖ ਤਿਸ ਥਾਨ ਟਿਕਾਏ। ਇੱਕ ਜਿਹੜਾ ਨਿਸ਼ਾਨ ਸੀ ਉਸ ਜਗ੍ਹਾ ਦੇ ਉੱਪਰ ਖੜਾ ਕਰਵਾ ਕੇ ਕੁਝ ਸਿੱਖਾਂ ਨੂੰ ਗੁਰੂ ਮਹਾਰਾਜ ਨੇ ਗੁਰੂ ਨਾਨਕ ਸਾਹਿਬ ਅੱਗੇ ਅਰਦਾਸ ਕਰਕੇ ਉਸ ਜਗ੍ਹਾ ਉੱਪਰ ਮੱਥਾ ਟਿਕਾ ਦਿੱਤਾ ਹੈ। ਜਿਮ ਸਤਿਗੁਰ ਜਬ ਕੀਨ ਬਖਾਨੀ ਤਨ ਤਨ ਕੈ ਸਭ ਨਰ ਬਾਣੀ। ਕੁਝ ਸਿੱਖਾਂ ਦੀ ਡਿਊਟੀ ਉੱਥੇ ਲਾ ਦਿੱਤੀ। ਗੁਰੂ ਮਹਾਰਾਜ ਕਹਿਣ ਲੱਗੇ ਇੱਥੇ ਸੰਗਤਾਂ ਆਉਣਗੀਆਂ, ਉਹਨਾਂ ਦੀ ਅਰਦਾਸ ਬੇਨਤੀ ਤੁਸਾਂ ਨੇ ਕਰਨੀ ਹੈ। ਇਵੇਂ ਫਿਰ ਸਾਰਿਆਂ ਨੇ ਧੰਨ 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 ਗੁਰੂ ਹਰਿਕ੍ਰਿਸ਼ਨ ਜੀ ਇੱਦਾਂ ਦੇ ਸ਼ਬਦ ਸਭ ਸਿੱਖਾਂ ਨੇ ਬੋਲੇ ਹਨ। ਜਿਸ ਦਿਨ ਕਰ ਮਕਾਮ ਤੁਹੇ ਰਹਿ ਕਰੇ ਕਿਰਪਾ ਸਿੱਖਿਆ ਨ ਦੁਖ ਦਹਿ। ਉਸ ਦਿਨ ਉਸ ਥਾਂ ਮੁਕਾਮ ਕਰਕੇ ਰਹੇ ਤੇ ਕਿਰਪਾ ਕਰਕੇ ਗੁਰੂ ਮਹਾਰਾਜ ਨੇ ਸਿੱਖਾਂ ਦੇ ਦੁੱਖ ਜਿਹੜੇ ਸਾਨੂੰ ਦੂਰ ਕੀਤੇ। ਤਬ ਸੰਗਤ ਗਨ ਪਹੁੰਚੀ ਆਏ ਦੇਖਤ ਸਿਵਰ ਹਿਰਦੇ ਹਰ ਖਾਏ। ਬਹੁਤ ਸੰਗਤ ਆ ਕੇ ਪਹੁੰਚੀ ਹੈ। ਉਹ ਡੇਰਾ ਵੇਖ ਕੇ ਹਿਰਦੇ ਵਿੱਚ ਬਹੁਤ ਹੀ ਪ੍ਰਸੰਨ ਹੋਏ ਹਨ। ਸ੍ਰੀ ਸਤਿਗੁਰ ਸਭ ਅੰਤਰ ਜਾਮੀ ਕਰੇ ਨਿਹਾਲ ਦਰਸ ਦੇਸ ਮਾਮੀ। ਸ੍ਰੀ ਸਤਿਗੁਰੂ ਜੀ ਜਿਹੜੇ ਹਨ ਨਾ ਹਰ ਪ੍ਰਕਾਰ ਅੰਤਰਜਾਮੀ ਹਨ। ਸਵਾਮੀ ਜੀ ਦਰਸ਼ਨ ਦੇ ਕੇ ਨਾ ਨਿਹਾਲ ਕਰ ਦਿੰਦੇ ਹਨ ਸੰਗਤਾਂ ਨੂੰ। ਪਾਉ ਜਾਨ ਕਰ ਸੰਗਤ ਕੇਰਾ ਰੱਖਿਓ ਗੁਰੂ ਮਕਾਮ ਨਿਜ ਡੇਰਾ। ਇਵੇਂ ਫਿਰ ਸੰਗਤਾਂ ਦਾ ਪ੍ਰੇਮ ਭਾਵ ਜਾਣ ਕੇ ਗੁਰੂ ਮਹਾਰਾਜ ਨੇ ਆਪਣਾ ਡੇਰਾ ਉੱਥੇ ਰੱਖਿਆ ਹੈ। ਗੁਰੂ ਮਹਾਰਾਜ ਨੇ ਉੱਥੇ ਦੀਵਾਨ ਲਾਇਆ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸੰਗਤਾਂ ਦੀਆਂ ਕਾਮਨਾਵਾਂ ਵੀ ਪੂਰੀਆਂ ਕਰ ਦਿੱਤੀਆਂ। ਫਿਰ ਦਰਸ਼ਨ ਦੇ ਕੇ ਕਈ ਪ੍ਰਕਾਰ ਦੀਆਂ ਭੇਟਾਵਾਂ ਲੈ ਕੇ ਸਿੱਖਾਂ ਨੇ ਮੂੰਹੋਂ ਮੰਗੀਆਂ ਮੁਰਾਦਾਂ ਪਾਈਆਂ ਨੇ। ਫਿਰ ਹੌਲੀ ਹੌਲੀ ਉੱਥੋਂ ਦੀ ਸਾਰੀ ਸੰਗਤ ਗੁਰੂ ਮਹਾਰਾਜ ਦੇ ਦਰਸ਼ਨ ਕਰਕੇ ਵਿਦਾ ਹੋ ਗਈ ਹੈ। ਦੋਹੇਰਾ ਸਕਲ ਬਤਾਈ ਜਾਵਣੀ ਭਈ ਪੁਨੇ ਪਰਪਾਤ। ਏਦਾਂ ਫਿਰ ਸਾਰੀ ਰਾਤ ਬਤੀਤ ਹੋਈ ਆ। ਫਿਰ ਜਦੋਂ ਅਗਲੀ ਸਵੇਰ ਹੋਈ ਹੈ ਤਾਂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਕਰ ਸਨਾਨ ਸ੍ਰੀ ਸਤਿਗੁਰੂ ਚਾਹਤ ਪੰਥ ਪਰ ਜਾਤ। ਗੁਰੂ ਮਹਾਰਾਜ ਉੱਥੋਂ ਛੇਤੀ ਹੀ ਹੁਣ ਚੱਲਣਾ ਚਾਹੁੰਦੇ ਨੇ। ਅੱਗੇ ਦਿੱਲੀ ਜਾ ਕੇ ਰਾਜਾ ਜੈ ਸਿੰਘ ਨੂੰ ਮਿਲਣਾ ਚਾਹੁੰਦੇ ਹਨ ਆਪ ਜੀ। ਚੌਪਈ ਤਜ ਪੰਜੋਖਰੀ ਗ੍ਰਾਮ ਮਸੰਦ ਅਟਕੇ ਸੰਗਤ ਇਹ ਬੁਲੰਦ। ਇਵੇਂ ਫਿਰ ਪੰਜੋਖਰਾ ਜਿਹੜਾ ਨਗਰ ਸੀ ਉਹਦੇ ਵਿੱਚ ਕੁਝ ਪ੍ਰਚਾਰਕਾਂ ਨੂੰ ਗੁਰੂ ਮਹਾਰਾਜ ਨੇ
ਉੱਥੇ ਉਹਨਾਂ ਦੀ ਡਿਊਟੀ ਲਾ ਦਿੱਤੀ। ਕਹਿਣ ਲੱਗੇ ਜਦੋਂ ਵੀ ਇੱਥੇ ਸੰਗਤ ਆਵੇਗੀ ਸਾਡੇ ਦਰਸ਼ਨਾਂ ਲਈ ਸਾਡੇ ਪਿੱਛੇ ਪਿੱਛੇ ਆਉਣਾ ਚਾਹੇਗੀ। ਗੁਰ ਕੋ ਬਾਕ ਸੁਣਾਵੇ ਸਰੋਣਾ, ਅੱਗੇ ਗਵਨ ਕਰੇ ਨਹੀਂ ਕੌਣ। ਕਹਿੰਦੇ ਸਾਰਿਆਂ ਨੂੰ ਇਸ ਜਗ੍ਹਾ ਤੇ ਰੋਕ ਕੇ ਗੁਰਬਾਣੀ ਦੇ ਨਾਲ ਜੋੜ ਦੇਣਾ ਹੈ। ਉਹਨਾਂ ਨੂੰ ਆਖਣਾ ਹੈ ਅੱਗੇ ਗੁਰੂ ਜੀ ਦਿੱਲੀ ਜਾ ਰਹੇ ਨੇ, ਇਸ ਕਰਕੇ ਇਸ ਸਥਾਨ ਦੇ ਦਰਸ਼ਨ ਹੀ ਗੁਰੂ ਦੇ ਦਰਸ਼ਨ ਹਨ। ਇਸ ਸਥਾਨ ਤੇ ਜੋ ਸ਼ਰਧਾ ਨਾਲ ਆਵੇਗਾ ਪੰਜੋਖਰੇ, ਉਹਨਾਂ ਨੂੰ ਸਾਡੇ ਦਰਸ਼ਨ ਹੋਣਗੇ। ਇਹ ਫਿਰ ਸੁਨੇਹਾ ਪ੍ਰਚਾਰਕਾਂ ਨੂੰ ਗੁਰੂ ਮਹਾਰਾਜ ਨੇ ਸੰਗਤਾਂ ਤੱਕ ਪਹੁੰਚਾਉਣ ਲਈ ਆਖਿਆ ਹੈ। ਇਸ ਤਲ ਦਰਸ਼ਨ ਕਰ ਹਰ ਜਾਏ, ਇਮ ਸਤਿਗੁਰ ਕੀ ਅਹਰ ਜਾਏ। ਇਹ ਜਿਹੜਾ ਪੰਜੋਖਰਾ ਹੈ ਸਥਾਨ, ਇਹਦੇ ਦਰਸ਼ਨ ਕਰਕੇ ਵਾਪਸ ਚਲੇ ਜਾਣ। ਇਸ ਤਰ੍ਹਾਂ ਹੀ ਇਹਦੇ ਵਿੱਚ ਹੀ ਸਤਿਗੁਰੂ ਜੀ ਦੀ ਰਜ਼ਾ ਜਾਣੋ ਜੀ। ਇਮ ਸਿੱਖਨ ਸੋ ਕੈ ਗੁਰ ਚਾਲੇ, ਸਿਅੰਦਨ ਪਰ ਅਰੂਢ ਸੁਖਾਲੇ। ਸਿੱਖਾਂ ਨੂੰ ਇਸ ਤਰ੍ਹਾਂ ਕਹਿ ਕੇ ਗੁਰੂ ਮਹਾਰਾਜ ਜੀ ਅੱਗੇ ਚੱਲ ਪਏ ਨੇ ਤੇ ਆਸਾਨੀ ਦੇ ਨਾਲ ਰਥਾਂ ਤੇ ਸਵਾਰ ਹੋਣਾ ਕੀਤਾ ਹੈ। ਬਲੀ ਤਰੰਗ ਸੰਗ ਜਿਸ ਲਾਗੈ, ਗਤ ਚੰਚਲ ਜਨ ਚੱਲ ਹੈ ਭਾਗੈ। ਉਹ ਰਥ ਦੇ ਉੱਪਰ ਜਿਹੜੇ ਹਨ ਅੱਗੇ ਅੱਗੇ ਬੜੇ ਸੋਹਣੇ ਘੋੜੇ ਜੁੱਤੇ ਹੋਏ ਨੇ, ਉਹਨਾਂ ਦੀ ਜਿਹੜੀ ਚਾਲ ਆ ਬੜੀ ਚੰਚਲ ਸੀ। ਅਪਰ ਸੋ ਪਟ ਅਰ ਮਹਾ ਮਸੰਦ, ਸ਼ਾਸਤਰ ਵਾਸਤਰ ਤੇ ਸ਼ੋਭਤੋ ਤੰਗ। ਹੋਰ ਸੂਰਮੇ ਵੀ ਨਾਲ ਨਾਲ ਗੁਰੂ ਮਹਾਰਾਜ ਦੇ ਆਏ ਨੇ, ਸ਼ਾਸਤਰ ਵਸਤਰ ਪਹਿਨ ਕੇ ਸ਼ੋਭਾ ਪਾ ਰਹੇ ਹਨ। ਸਤਿਗੁਰ ਕੇ ਪਾਸੇ ਲਗ ਚਾਲੇ, ਦਿਨ ਮੈਂ ਗਬਨੇ ਪੰਥ ਬਸਾਲੇ। ਅੱਗੇ ਅੱਗੇ ਗੁਰੂ ਸਾਹਿਬ ਜੀ ਦਾ ਰਥ ਜਾ ਰਿਹਾ ਹੈ, ਪਿੱਛੇ ਪਿੱਛੇ ਸੂਰਮੇ ਆ ਰਹੇ ਨੇ, ਸੰਗਤਾਂ ਆ ਰਹੀਆਂ ਨੇ। ਦਿਨ ਸਮੇਂ ਬਹੁਤ ਲੰਮਾ ਪੈਂਡਾ ਤੈਅ ਕਰਦੇ ਹਨ। ਸਿਵਰ ਕਰੀ ਜਾਵਨ ਕੇ ਪਾਏ, ਖਾਨ ਪਾਨ ਕਰ ਕੈ ਸਮੁਦਾਏ। ਜਦੋਂ ਰਾਤ ਪੈ ਜਾਂਦੀ ਆ ਤਾਂ ਡੇਰਾ ਕਰਦੇ ਨੇ, ਫਿਰ ਸਾਰੇ ਭੋਜਨ ਛਕ ਕੇ ਆਰਾਮ ਦੇ ਨਾਲ ਫਿਰ ਲੇਟਣਾ ਕਰਦੇ ਹਨ। ਸੁਖ ਸੋ ਸਭ ਤੇ ਨਿਸਾ ਗੁਜ਼ਾਰੇ, ਕਈ ਪ੍ਰਾਂਤ ਪੁਨ ਪੰਥ ਸਮਾਰੇ। ਸੁੱਖ ਦੇ ਨਾਲ ਸੌਂ ਕੇ ਰਾਤ ਗੁਜ਼ਾਰਦੇ ਸਨ, ਸਵੇਰ ਹੋਣ ਤੇ ਫਿਰ ਆਪਣਾ ਰਾਹ ਸੰਭਾਲ ਲੈਂਦੇ ਹਨ। ਗਬਨੇ ਮਾਰ ਜਿਸੀ ਪ੍ਰਕਾਰੇ, ਏਕ ਨਵ ਨਗਰ ਤਬ ਆਏ। ਸਾਰੇ ਫਿਰ ਇਸੇ ਪ੍ਰਕਾਰ ਹੀ ਚੱਲ ਰਹੇ ਨੇ। ਫਿਰ ਚਲਦਿਆਂ ਚਲਦਿਆਂ ਅੱਗੇ ਇੱਕ ਨਗਰ ਆਇਆ ਹੈ। ਕਰਿਓ ਸਿਵਰ ਤੈ ਉਤਰ ਪਰੇ ਹੈ, ਤਾ ਬਾਹਨ ਪਾਏ ਜੀਨ ਕਰੇ ਹੈ। ਇਸ ਪ੍ਰਕਾਰ ਉੱਥੇ ਡੇਰਾ ਕਰਕੇ ਗੁਰੂ ਮਹਾਰਾਜ ਨੇ ਉਤਾਰਾ ਕਰ ਲਿਆ। ਘੋੜੇ ਉੱਥੇ ਕਾਠੀਆਂ ਸਣੇ ਖੜੇ ਹੋਏ ਹਨ। ਤਾ ਇੱਕ ਪੰਡਤ ਵਿਦਿਆ ਘਣੀ, ਬੁੱਧੀ ਬੜ ਹੰਕਾਰ ਸੋ ਸਣੀ। ਇਸ ਪ੍ਰਕਾਰ ਪੰਜੋਖਰੇ ਦੇ ਪਾਸ ਹੀ ਉੱਥੇ ਇੱਕ ਪੰਡਤ ਰਹਿੰਦਾ ਸੀ, ਜਿਹਨੇ ਬਹੁਤ ਸਾਰੀ ਵਿਦਿਆ ਪੜ੍ਹੀ ਹੋਈ ਸੀ, ਪਰ ਉਹਨੂੰ ਆਪਣੀ ਵਿਦਿਆ ਦਾ ਮਾਣ ਹੋ ਗਿਆ, ਹੰਕਾਰ ਹੋ ਗਿਆ ਸੀ। ਇੱਕ ਤੋ ਵਿਦਿਆ ਕੋ ਮਦ ਭਾਰੀ, ਬਿਰਪ ਜਾਤ ਪਰ ਹਿਰਦੈ ਮੁਝਾਰੀ। ਇੱਕ ਤਾਂ ਦੇ ਦਿਲ ਵਿੱਚ ਹੰਕਾਰ ਸੀ ਕਿ ਮੈਨੂੰ ਬਹੁਤ ਸਾਰੀ ਵਿਦਿਆ ਆਉਂਦੀ ਹੈ। ਦੂਸਰਾ ਇਹ ਵੀ ਸੀ ਕਿ ਮੈਂ ਬ੍ਰਾਹਮਣ ਜਾਤੀ ਦਾ ਹਾਂ, ਇਸ ਕਰਕੇ ਉਹਨੂੰ ਹਿਰਦੇ ਦੇ ਵਿੱਚ ਉੱਚੀ ਜਾਤੀ ਦਾ ਵੀ ਮਾਣ ਸੀ। ਪੜ੍ਹੀਆਂ ਹੋਈਆਂ ਕਿਤਾਬਾਂ ਗ੍ਰੰਥਾਂ ਦਾ ਵੀ ਨਸ਼ਾ ਸੀ, ਹੰਕਾਰ ਹੋ ਗਿਆ ਸੀ। ਆਪਣੇ ਸਾਹਮਣੇ ਜਾਣੇ ਕਾਹੂ, ਜੋ ਅਸ ਵਿਦਿਆ ਬਦੇ ਸੰਗ ਤਾਹੋ। ਉਹ ਕਿਸੇ ਨੂੰ ਵੀ ਆਪਣੇ ਬਰਾਬਰ ਨਹੀਂ ਸੀ ਜਾਣਦਾ। ਜਿਹੜਾ ਵੀ ਵਿਦਵਾਨ ਮਿਲਦਾ ਸੀ ਨਾ, ਉਹਦੇ ਨਾਲ ਬਹਿਸਦਾ ਹੁੰਦਾ ਸੀ, ਝਗੜਦਾ ਹੁੰਦਾ ਸੀ। ਵਿਜੇ ਕਰੇ ਬਹੁ ਮਾਨ ਘਟਾਵੈ, ਵਿਦਿਆ ਬਲ ਤੇ ਮਦ ਉਪਜਾਵੈ। ਹਮੇਸ਼ਾ ਹੀ ਦੂਜਿਆਂ ਉੱਪਰ ਵਿਜੇ ਪ੍ਰਾਪਤ ਕਰਦਾ ਸੀ, ਭਾਵ ਬਹਿਸ ਵਿੱਚ ਹਰਾ ਕੇ ਦੂਜਿਆਂ ਨੂੰ ਆਪਣੇ ਗਿਆਨ ਦਾ ਵਿਖਾਵਾ ਕਰਦਾ ਸੀ, ਸਾਹਮਣੇ ਵਾਲੇ ਦਾ ਮਾਣ ਘਟਾ ਦਿੰਦਾ ਸੀ। ਇਵੇਂ ਉਹਨੂੰ ਵਿਦਿਆ ਦਾ ਹੰਕਾਰ ਹੋ ਗਿਆ, ਘਮੰਡੀ ਹੋ ਗਿਆ ਸੀ ਇਹ ਪੰਡਤ। ਸਹਿਜ ਸੁਭਾਅ ਕੋ ਜੋ ਸੋ ਤੈ ਜਾਏ,
ਜਦ ਸਤਿਗੁਰ ਡੇਰੇ ਉਤਰਾਏ। ਜਿੱਥੇ ਗੁਰੂ ਮਹਾਰਾਜ ਨੇ ਡੇਰਾ ਕੀਤਾ ਹੋਇਆ ਸੀ ਨਾ, ਤੇ ਇਹ ਵੀ ਉੱਥੇ ਆਇਆ, ਸਹਿਜ ਸੁਭਾਅ ਹੀ ਉੱਥੇ ਪਹੁੰਚ ਗਿਆ। ਇੱਕ ਸਿੱਖ ਸੋ ਤਵ ਬੂਝਣ ਲਾਗਾ, ਉਤਰਿਓ ਆਨ ਕੌਰ ਇਸ ਜਾਗਾ। ਇੱਕ ਸਿੱਖ ਨੂੰ ਫਿਰ ਪੁੱਛਣ ਲੱਗਾ, ਇਹ ਜਿਹੜਾ ਪੰਡਤ ਸੀ ਕਹਿਣ ਲੱਗਾ, ਇਹ ਕੌਣ ਆਇਆ ਇੱਥੇ? ਇੰਨੇ ਘੋੜੇ ਆਏ ਨੇ, ਇਹ ਰਥ ਨੇ, ਇੰਨੇ ਸਵਾਰ ਹਨ, ਇਹ ਕਿਹਨੇ ਆ ਕੇ ਇੱਥੇ ਉਤਾਰਾ ਕੀਤਾ ਹੋਇਆ ਹੈ? ਜਿਸ ਥਲ ਤੇ ਆਇਓ ਕਿਤ ਜਾਏ, ਕੌਣ ਨਾਮ ਹੈ ਕੋ ਸਭ ਬਾਤ। ਇਹ ਕਿਸ ਸਥਾਨ ਤੋਂ ਆਏ ਨੇ ਤੇ ਇਹਨਾਂ ਨੇ ਕਿੱਥੇ ਜਾਣਾ ਹੈ? ਇਹਨਾਂ ਦਾ ਨਾਂ ਕੀ ਹੈ? ਸਾਰੀ ਗੱਲ ਮੈਨੂੰ ਦੱਸੋ ਹੁਣ। ਕਹਿਓ ਸਿੱਖ ਨੇ ਸਤਿਗੁਰ ਹੈ, ਸ੍ਰੀ ਹਰਿ ਕ੍ਰਿਸ਼ਨ ਨਾਮ ਜਗ ਕਹੈ। ਉਹ ਸਿੱਖ ਨੇ ਜਦੋਂ ਉਸ ਪੰਡਤ ਤੋਂ ਸੁਣਿਆ ਤੇ ਕਹਿਣ ਲੱਗਾ, ਜਵਾਬ ਦਿੰਦਾ ਹੈ, ਕਹਿਣ ਲੱਗਾ, ਇਹ ਸਤਿਗੁਰੂ ਜੀ ਹਨ। ਜੱਗ ਦੇ ਵਿੱਚ ਇਹਨਾਂ ਨੂੰ ਦੁਨੀਆ ਦੇ ਲੋਕ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦੇ ਨਾਮ ਨਾਲ ਪੁਕਾਰਿਆ ਕਰਦੇ ਹਨ। ਸ੍ਰੀ ਨਾਨਕ ਗਾਦੀ ਪਰ ਥਿਤ ਹੈ, ਹਰ ਅਵਤਰੇ ਸਬਤ ਸਮਝਿਤ ਹੈ। ਇਹ ਗੁਰੂ ਨਾਨਕ ਦੇਵ ਜੀ ਦੀ ਗੱਦੀ ਤੇ ਵਿਰਾਜਮਾਨ ਹਨ, 8ਵੇਂ ਅਸਥਾਨ ਤੇ ਹਨ, ਹਰੀ ਦੇ ਅਵਤਾਰ ਵਜੋਂ ਸ਼ੋਭਦੇ ਹਨ। ਹਰੀ ਸਮਾਣੀ ਇਹਨਾਂ ਦਾ ਚਿੱਤ ਜਾਣੋ ਜੀ। ਸੁਣ ਸਹਿ ਸਕੋ ਨ ਖੁਣ ਸਿਓ ਮਾਨੀ, ਮਝ ਸੋ ਅੰਧਾ ਬੁੱਧ ਹਰਾਨੀ। ਉਹ ਬ੍ਰਾਹਮਣ ਜਿਹੜਾ ਪੰਡਿਤ ਸੀ, ਉਹਨੂੰ ਬੜਾ ਹੰਕਾਰ ਸੀ। ਗੁਰੂ ਜੀ ਦੀ ਸੋਭਾ ਉਹ ਬਰਦਾਸ਼ਤ ਨਹੀਂ ਕਰ ਸਕਿਆ। ਉਹਨੇ ਫਿਰ ਦਿਲ ਦੇ ਅੰਦਰ ਖਾਰ ਖਾਧੀ, ਹੰਕਾਰ ਦੇ ਨਾਲ ਅੰਨਾ ਹੋਇਆ ਸੀ, ਜਿਸ ਕਰਕੇ ਉਹਦੀ ਮੱਤ ਮਾਰੀ ਗਈ ਹੈ। ਕਹਿ ਜਜ ਤੇ ਪੇ ਸ੍ਰੀ ਕ੍ਰਿਸ਼ਨ ਮੋਹਾਨੇ, ਧਾਰਾ ਅਵਤਾਰੇ ਸਰਬ ਸਗ ਜਗ ਜਾਣੇ। ਫਿਰ ਉਹ ਬ੍ਰਾਹਮਣ ਕਹਿਣ ਲੱਗਾ, ਦੁਨੀਆ ਦੇ ਵਿੱਚ ਤਾਂ ਇਹ ਸ਼੍ਰੀ ਕ੍ਰਿਸ਼ਨ ਜੀ ਹੋਏ ਨੇ, ਉਹਨਾਂ ਨੇ ਅਵਤਾਰ ਧਾਰਨ ਕੀਤਾ ਸੀ, ਸਾਰਾ ਜਗ ਜਾਣਦਾ ਹੈ। ਕਹਿਣ ਲੱਗਾ, ਫਿਰ ਇਹਨੇ ਵੀ ਆਪਣਾ ਨਾਮ ਸ਼੍ਰੀ ਕ੍ਰਿਸ਼ਨ ਕਿਉਂ ਰੱਖਿਆ ਹੋਇਆ ਹੈ? ਦਿਨ ਤੇ ਪੀ ਨਜਰ ਰਾਮ ਬਡੇਰਾ, ਸ੍ਰੀ ਹਰਿ ਕ੍ਰਿਸ਼ਨ ਰਖਾਏ ਬਖੇਰਾ। ਕਹਿੰਦੇ ਗੁਰੂ ਹਰਿਕ੍ਰਿਸ਼ਨ ਜੀ, ਇਹਨਾਂ ਨੇ ਤਾਂ ਉਹਨਾਂ ਨਾਲੋਂ ਵੀ ਵੱਡਾ ਨਾਮ ਰੱਖ ਲਿਆ। ਇਹ ਲੀਲਾ ਪੁਰਸ਼ੋਤਮ ਸ਼੍ਰੀ ਕ੍ਰਿਸ਼ਨ ਦੇ ਨਾਲੋਂ ਵੀ ਵੱਡਾ, ਇਸ ਕਰਕੇ ਏਡਾ ਵੱਡਾ ਨਾਮ ਰੱਖਿਆ ਹੋਇਆ ਹੈ। ਜਿਨੋ ਕਰੀ ਗੀਤਾ ਸੁਭ ਗ੍ਰੰਥ, ਜੈ ਪੁਨ ਸੁਣ ਨਰ ਚਲੇ ਸੋ ਪੰਥ। ਕਹਿਣ ਲੱਗੇ ਸ਼੍ਰੀ ਕ੍ਰਿਸ਼ਨ ਨੇ ਤਾਂ ਤੇ ਭਾਗਵਤ ਗੀਤਾ ਵਰਗਾ ਇੱਕ ਵੱਡਾ ਗ੍ਰੰਥ ਬਣਾਇਆ ਸੀ, ਉਹਦੀ ਰਚਨਾ ਕੀਤੀ ਸੀ, ਜਿਸ ਨੂੰ ਪੜ੍ਹ ਸੁਣ ਕੇ ਮਨੁੱਖ ਚੰਗੇ ਮਾਰਗ ਤੇ ਚੱਲਦੇ ਨੇ, ਸ਼ੁਭ ਮਾਰਗ ਤੇ ਟੁਰਦੇ ਹਨ। ਤਹ ਸ਼ਲੋਕ ਕੋ ਅਰਥ ਮਹਾਨੇ, ਇਨ ਸੋ ਪੈਨ ਜਾਹੇ ਬਖਾਨੇ। ਇਹਨੇ ਉਹਨਾਂ ਭਾਗਵਤ ਗੀਤਾ ਦੇ ਸ਼ਲੋਕਾਂ ਦੇ ਅਰਥ ਬੜੇ ਕਠਿਨ ਹਨ, ਇਹ ਤਾਂ ਉਹਨਾਂ ਦੇ ਅਰਥ ਵੀ ਬਿਆਨ ਨਹੀਂ ਕਰ ਸਕਦੇ। ਨਾਮ ਇਹਨਾਂ ਨੇ ਆਪਣਾ ਕ੍ਰਿਸ਼ਨ ਵਾਲਾ ਰੱਖਿਆ, ਉਦੋਂ ਵੀ ਵੱਡਾ ਰੱਖਿਆ ਹੋਇਆ ਹੈ। ਨਾਮ ਤਰਾਬਨ ਅਹ ਸਖੈਨ, ਤਿਨ ਕੇ ਗੁਣ ਸਭ ਕਿਸ ਮੈਂ ਹੈਨ। ਇਹ ਬ੍ਰਾਹਮਣ ਹੰਕਾਰ ਵਿੱਚ ਆ ਕੇ ਕਹਿਣ ਲੱਗਾ ਸਿੱਖਾਂ ਨੂੰ, ਕਹਿੰਦਾ ਕਿ ਨਾਮ ਰੱਖ ਲੈਣਾ ਕ੍ਰਿਸ਼ਨ ਬੜਾ ਸੌਖਾ ਹੈ, ਪਰ ਉਹਨਾਂ ਵਰਗੇ ਗੁਣ ਹੋਣੇ ਕਿਸੇ ਵਿੱਚ ਬੜੇ ਔਖੇ ਨੇ। ਇਹਨਾਂ ਨੇ ਨਾਮ ਹੀ ਰੱਖਿਆ ਹੋਇਆ, ਨਾਮ ਰੱਖਣਾ ਤਾਂ ਬੜਾ ਆਸਾਨ ਹੁੰਦਾ ਹੈ। ਜੇ ਸਾਰਥ ਇਓ ਨਾਮ ਧਰਾਵੋ, ਕਰ ਗੀਤਾ ਕੇ ਅਰਥ ਸੁਣਾਵੋ। ਜੇ ਹੁਣ ਕ੍ਰਿਸ਼ਨ ਵਰਗਾ ਨਾਮ ਰਖਾ ਲਿਆ ਤੇ ਫਿਰ ਗੀਤਾ ਦੇ ਅਰਥ ਕਰਕੇ ਸੁਣਾਉਣ ਇਹ, ਫਿਰ ਮੈਂ ਮੰਨਾਂਗਾ ਕਿ ਵਾਕਈ ਇਹ ਅਵਤਾਰ ਨੇ, ਵਾਕਈ ਰੱਬ ਦੇ ਭੇਜੇ ਹੋਏ, ਪੈਗਾਮ ਲੈ ਕੇ ਭੇਜੇ ਹੋਏ ਦੂਤ ਹਨ ਪਰਮੇਸ਼ਰ ਦੇ। ਨਾਏ ਤਾਂ ਕੂਰ ਕਹਿਨ ਇਨ ਕੇਰੋ, ਨਹੀਂ ਤਾਂ ਜੋ ਇਹਨਾਂ ਬਾਰੇ ਕਿਹਾ ਹੈ ਉਹ ਸਭ ਝੂਠਾ। ਕਹਿ ਦੋ ਸਿੱਖ ਨੂੰ ਕਹਿਣ ਲੱਗੇ, ਹਮ ਨੇ ਮਾਨੇ ਕਹਿਬੋ ਤੇਰੋ, ਕਹਿੰਦੇ ਨਹੀਂ ਤਾਂ ਮੈਂ ਤੇਰਾ ਕਿਹਾ ਹੋਇਆ ਨਹੀਂ ਮੰਨਾਂਗਾ।
ਸੁਨਤ ਸਿੱਖ ਕਹਿ ਰਹੋ ਤੁਮ ਖਰੋ, ਮੈਂ ਅਬ ਜਾਏ ਬੁੱਝਬੋ ਕਰੋ। ਜਦੋਂ ਸਿੱਖ ਨੂੰ ਐਵੇਂ ਆਖਿਆ ਨਾ, ਉਹ ਸਿੱਖ ਕਹਿਣ ਲੱਗਾ, ਪੰਡਿਤ ਜੀ ਤੁਸੀਂ ਇੱਥੇ ਹੀ ਰੁਕੋ, ਫਿਰ ਮੈਂ ਹੁਣੇ ਜਾ ਕੇ ਸਤਿਗੁਰੂ ਜੀ ਦੇ ਕੋਲੋਂ ਇਹ ਸਵਾਲ ਪੁੱਛਦਾ ਤੇ ਆ ਕੇ ਦੱਸਦਾ ਹਾਂ ਜਵਾਬ। ਗੁਰ ਸਮਰੱਥ ਹੈ ਸਭ ਹੀ ਭਾਂਤ, ਦੇ ਉੱਤਰ ਜੋ ਬੁਝੈ ਬਾਤ। ਗੁਰੂ ਜੀ ਸਭ ਕਲਾ ਦੇ ਵਿੱਚ ਸਮਰੱਥ ਨੇ। ਮੈਨੂੰ ਪੂਰਾ ਯਕੀਨ ਹੈ ਮੇਰੇ ਗੁਰੂ ਤੇ, ਜਿਹੜੀ ਵੀ ਗੱਲ ਤੁਸੀਂ ਉਹਨਾਂ ਨੂੰ ਪੁੱਛੋਗੇ ਉਹਨਾਂ ਦਾ ਉੱਤਰ ਦੇ ਦੇਣਗੇ। ਹਿਮ ਕੈ ਸਿੱਖ ਗਇਓ ਗੁਰ ਪਾਸ, ਸੀਸ ਨਵਾਈ ਕੀਨਸ ਅਰਦਾਸ। ਇਸ ਤਰ੍ਹਾਂ ਕਹਿ ਕੇ ਨਾ ਉਹ ਜਿਹੜਾ ਸਿੱਖ ਸੀ ਫਿਰ ਗੁਰੂ ਮਹਾਰਾਜ ਪਾਸ ਆਇਆ, ਸਿਰ ਨਿਵਾ ਕੇ ਉਹਨੇ ਬੇਨਤੀ ਕੀਤੀ ਹੈ। ਜਿਜ ਕੀ ਕਹਿਬਤ ਸਕਲ ਸੁਣਾਈ, ਖਰੋ ਇਹ ਕਿਮ ਕਹੋ ਬੁਝਾਈ। ਬ੍ਰਾਹਮਣ ਦੀ ਜਿਹੜੀ ਕਹੀ ਹੋਈ ਗੱਲ ਸੀ ਸਾਰੀ ਸੁਣਾ ਦਿੱਤੀ। ਕਹਿਣ ਲੱਗੇ ਗੁਰੂ ਮਹਾਰਾਜ ਇੱਕ ਬ੍ਰਾਹਮਣ ਹੈ ਇੱਥੇ, ਉਹ ਕਹਿੰਦਾ ਹੈ ਕਿ ਸਿੱਖਾਂ ਦੇ 8ਵੇਂ ਗੁਰੂ ਦਾ ਨਾਮ ਹਰਿਕ੍ਰਿਸ਼ਨ ਜੀ ਹੈ। ਕਹਿੰਦੇ ਕਿ ਸਾਡੇ ਵਿੱਚ ਕ੍ਰਿਸ਼ਨ ਹੋਏ, ਨਾਮ ਉਹਨਾਂ ਦਾ ਇਕੱਲਾ ਕ੍ਰਿਸ਼ਨ ਸੀ। ਉਹਨਾਂ ਨੇ ਤਾਂ ਭਾਗਵਤ ਗੀਤਾ ਦਾ ਗ੍ਰੰਥ ਰਚਿਆ, ਇਹਨਾਂ ਨੇ ਆਪਣਾ ਨਾਮ ਹਰਿਕ੍ਰਿਸ਼ਨ ਰੱਖਿਆ ਹੋਇਆ ਸਿੱਖਾਂ ਦੇ ਗੁਰੂ ਨੇ। ਇਹ ਫਿਰ ਅਰਥ ਕਰਕੇ ਹੀ ਦੱਸ ਦੇਣ ਤਾਂ ਮੈਂ ਮੰਨਾਂ ਇਹ ਗੁਰੂ ਨੇ। ਇਸ ਕਰਕੇ ਕਹਿੰਦੇ ਇੱਥੇ ਨੇੜੇ ਹੀ ਮੈਂ ਖੜਾ ਕੇ ਆਇਆ ਹਾਂ। ਗੁਰੂ ਸਾਹਿਬ ਜੀ ਮੈਂ ਕੀ ਉੱਤਰ ਦੇਵਾਂ ਜੀ ਜਾ ਕੇ ਹੁਣ। ਮੁਸ਼ਕਾਵਤ ਸ੍ਰੀ ਮੁਖ ਤੇ ਕਹਿਓ, ਬਿਰਪ ਅਸਰ ਤੱਕ ਸੋ ਹਮ ਲਹਿਓ। ਗੁਰੂ ਮਹਾਰਾਜ ਬਾਲੜੇ ਪ੍ਰੀਤਮ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਮੁਸਕਰਾ ਕੇ ਕਿਹਾ, ਕਹਿਣ ਲੱਗੇ ਸਿੱਖ ਜੀ ਉਹ ਜਿਹੜਾ ਬ੍ਰਾਹਮਣ ਹੈ ਸ਼ਰਧਾ ਤੋਂ ਹੀਣਾ ਹੈ, ਉਸ ਵਿੱਚ ਸ਼ਰਧਾ ਨਹੀਂ, ਇਹ ਅਸੀਂ ਜਾਣ ਲਿਆ ਹੈ। ਜਾਤ ਜੇ ਉੱਤਰ ਦੇਬੋ ਤਾਹੀ, ਕਹੋ ਹੰਕਾਰ ਹਮਾਰੇ ਪਾਹੀ। ਜੇ ਉਹ ਇਦਾਂ ਉੱਤਰ ਲੈਣਾ ਚਾਹੁੰਦਾ ਹੈ, ਭਾਗਵਤ ਗੀਤਾ ਦੇ ਅਰਥ ਸੁਣਨੇ ਚਾਹੁੰਦਾ ਹੈ ਨਾ, ਇੱਥੇ ਸਾਡੇ ਕੋਲ ਬੁਲਾ ਲਵੋ ਹੁਣ। ਜਮ ਚਿਤ ਚੈ ਤੁਮ ਦਿਓ ਬਚਾਈ, ਤਰਕਤ ਮਹਾ ਮੂਢ ਕੀ ਨਿਆਈ। ਜਿਵੇਂ ਚਿੱਤ ਦੇ ਵਿੱਚ ਆਉਂਦਾ ਹੈ ਉਸੇ ਪ੍ਰਕਾਰ ਹੀ ਦੱਸ ਦਿੰਦੇ ਹਾਂ। ਇਹ ਤਰਕ ਕਰਦਾ ਹੈ, ਉਹ ਸਾਰੇ ਤਰਕਾਂ ਨੂੰ ਗੁਰੂ ਨਾਨਕ ਸਾਹਿਬ ਜੀ ਦੂਰ ਕਰ ਦੇਣਗੇ। ਬੁੱਧ ਬਲੋਚਨ ਨਿਰਮਲ ਚਾਰੂ, ਹੋਤ ਮੋਤੀਆਂ ਦੁਖ ਹੰਕਾਰੂ। ਕਹਿੰਦੇ ਜਿਹੜਾ ਬ੍ਰਾਹਮਣ ਹੈ ਨਾ, ਇਹਨੂੰ ਕਿਤਾਬਾਂ ਪੜ੍ਹਨ ਦਾ, ਗ੍ਰੰਥ ਪੜ੍ਹ ਕੇ ਬੁੱਧੀ ਨੂੰ ਹੰਕਾਰ ਹੋ ਗਿਆ ਹੈ। ਹੰਕਾਰ ਰੂਪੀ ਮੋਤੀਆਂ ਬਿੰਦ ਦੀ ਬਿਮਾਰੀ ਇਹਨੂੰ ਲੱਗ ਗਈ ਹੈ। ਆਪਨ ਆਪ ਕੋ ਲਖਣ ਬਸਾਲੋ, ਇਹੀ ਅੰਧ ਹੋਵਨ ਇਸ ਕਾਲ। ਇਵੇਂ ਅੱਖਾਂ ਦੇ ਵਿੱਚ ਮੋਤੀਆ ਪੈ ਜਾਂਦਾ, ਫਿਰ ਦਿਖਦਾ ਨਹੀਂ। ਇਵੇਂ ਨੇ ਹੰਕਾਰ ਵਾਲਾ ਮੋਤੀਆ ਪੈ ਗਿਆ। ਇਸ ਕਰਕੇ ਜਿਨ੍ਹਾਂ ਨੂੰ ਇਹ ਹੋ ਜਾਂਦਾ, ਹਰ ਸਮੇਂ ਹੀ ਅੰਨੇ ਰਹਿੰਦੇ, ਦਿਖਾਈ ਨਹੀਂ ਦਿੰਦਾ ਉਹਨਾਂ ਨੂੰ ਸੱਚ ਜੋ ਵੀ ਹੁੰਦਾ ਹੈ। ਨਾਵੈ ਸੁਭ ਗੁਣ ਬ੍ਰਿੰਦ, ਮਗ ਪ੍ਰਭ ਮਿਲਣ ਸੋ ਦੂਰ ਬਲੰਦ। ਕਿਸੇ ਦੇ ਵੀ ਚੰਗੇ ਗੁਣ ਉਹਨਾਂ ਨੂੰ ਨਜ਼ਰ ਨਹੀਂ ਆਉਂਦੇ ਜਿਨ੍ਹਾਂ ਨੂੰ ਹੰਕਾਰ ਹੋ ਜਾਂਦਾ ਹੈ। ਐਵੇਂ ਫਿਰ ਉਹ ਰੱਬ ਤੋਂ ਦੂਰ ਹੋ ਜਾਂਦੇ ਹਨ। ਜੋ ਦੁਖ ਹਤਨ ਵੈਦ ਸਤਿਗੁਰ ਹੈ, ਔਖਤ ਬਾਕ ਵਸਾਏ ਜੀ ਉਰ ਹੈ। ਇਸ ਦੁੱਖ ਨੂੰ ਦੂਰ ਕਰਨ ਵਾਲਾ ਵੈਦ ਸਤਿਗੁਰੂ ਸਾਹਿਬ ਜੀ ਹੈ। ਜਿਸ ਨੇ ਦਵਾਈ ਰੂਪੀ ਬਚਨ ਹਿਰਦੇ ਵਿੱਚ ਵਸਾਇਆ ਨਾ, ਉਹਦਾ ਇਹ ਮੋਤੀਆ ਹੰਕਾਰ ਵਾਲਾ ਦੂਰ ਹੋ ਗਿਆ ਹੈ। ਗਰਭ ਜਾਤ ਔਰ ਵਿਦਿਆ ਮਦ ਹੈ, ਜਾਂਤੇ ਅਦਕ ਅੰਗ ਦੋਏ ਗਦ ਹੈ। ਗੁਰੂ ਸਾਹਿਬ ਜੀ ਕਹਿਣ ਲੱਗੇ ਸਿੱਖ ਜੀ ਇਹਨੂੰ ਰੋਗ ਲੱਗਾ ਹੋਇਆ, ਇੱਕ ਨਹੀਂ ਦੋ ਰੋਗ ਲੱਗੇ ਆ। ਇੱਕ ਵਿਦਿਆ ਦਾ ਹੰਕਾਰ, ਪੜੀਆਂ ਕਿਤਾਬਾਂ ਦਾ ਹੰਕਾਰ, ਜੇਤਾ ਪੜਿਆ ਤੇਤਾ ਕੜਿਆ, ਉਹ ਵਾਲਾ ਹੰਕਾਰ। ਇੱਕ ਜਾਤ ਦਾ ਵੀ ਹੰਕਾਰ ਹੋ ਗਿਆ ਕਿ ਮੈਂ ਬ੍ਰਾਹਮਣ ਹਾਂ, ਵਿਦਿਆ ਦਾ ਹੰਕਾਰ। ਦੋ ਰੋਗ ਇਕੱਠੇ ਹੋਏ ਹਨ ਇਸ ਦੇ ਅੰਦਰ। ਸੋ ਇਸ ਕੋ ਦੁਖ ਹਤੇ ਬਲਾਵੋ, ਸਿੱਖ ਉਪਕਾਰਤ ਕਰਤਬ ਦਤਾਵੋ। ਗੁਰੂ ਸਾਹਿਬ ਜੀ ਕਹਿੰਦੇ ਬੁਲਾਓ ਉਸ ਬ੍ਰਾਹਮਣ ਨੂੰ, ਬੜਾ ਦੁਖੀ ਆ ਉਹ ਅੰਦਰੋਂ, ਰੋਗੀ ਹੈ, ਉਹਦਾ ਮਨ ਰੋਗੀ ਆ, ਉਹਦੇ ਦੁੱਖ ਦੂਰ ਕਰੀਏ ਜੀ।
ਐਵੇਂ ਫਿਰ ਗੁਰੂ ਮਹਾਰਾਜ ਸਦਾ ਹੀ ਪਰਉਪਕਾਰ ਕਰਦੇ ਨੇ। ਸਤਿਗੁਰੂ ਜੀ ਨੇ ਫਿਰ ਆਖਿਆ, ਬੁਲਾਓ ਉਸ ਬ੍ਰਾਹਮਣ ਨੂੰ, ਉਹਦਾ ਦੁੱਖ ਦੂਰ ਕਰਨ ਦਾ ਵੇਲਾ ਆ ਗਿਆ ਹੈ ਜੀ। ਸੁਣ ਕਰ ਗਇਓ ਬਿਰਪਸੋ ਭਾਖਾ, ਗੁਰ ਟਕ ਚਲੇ ਬੂਝ ਅਬ ਲਾਖਾ। ਇਹ ਸੁਣ ਕੇ ਉਹ ਜਿਹੜਾ ਸਿੱਖ ਸੀ ਨਾ, ਗੁਰੂ ਸਾਹਿਬ ਜੀ ਤੋਂ ਆਗਿਆ ਲੈ ਕੇ ਪਹਿਲਾਂ ਬ੍ਰਾਹਮਣ ਦੇ ਕੋਲ ਗਿਆ। ਕਹਿਣ ਲੱਗਾ, ਗੁਰੂ ਜੀ ਦੇ ਪਾਸ ਚੱਲੋ ਤੇ ਪੁੱਛ ਕੇ ਆਪਣੀ ਅਭਿਲਾਸ਼ਾ ਪੂਰੀ ਕਰੋ ਜੀ। ਸਭ ਤੁਝ ਕਹਿ ਬੋ ਜਾਏ ਸੁਣਾਇਓ, ਸੁਣ ਸ੍ਰੀ ਪ੍ਰਭ ਕੋ ਨਿਕਟ ਬੁਲਾਇਓ। ਜੋ ਕੁਝ ਵੀ ਤੁਸੀਂ ਕਿਹਾ ਹੈ ਮੈਂ ਉਹਨਾਂ ਨੂੰ ਕਹਿ ਕੇ ਸੁਣਾਇਆ ਹੈ। ਇਹ ਸੁਣ ਕੇ ਪ੍ਰਭੂ ਜੀ ਨੇ ਤੁਹਾਨੂੰ ਕੋਲ ਬੁਲਾਇਆ। ਬ੍ਰਾਹਮਣ ਜੀ ਆਓ ਚੱਲਣਾ ਕਰਦੇ ਹਾਂ। ਇਹ ਸੁਣ ਬਿਰਪ ਚੌਪ ਕਰ ਚਾਲਾ, ਸਾਂਸੀ ਪ੍ਰਸ਼ਨ ਵਿਚਾਰ ਬਸਾਲਾ। ਇਹ ਸੁਣ ਕੇ ਬ੍ਰਾਹਮਣ ਨੇ ਵੀ ਤਿਆਰੀਆਂ ਕੀਤੀਆਂ ਚੱਲਣ ਦੀਆਂ। ਬੜੇ ਚਾਵਾਂ ਦੇ ਨਾਲ ਆ ਰਿਹਾ, ਕਿਉਂਕਿ ਉਹ ਤਾਂ ਬਹਿਸ ਵਿੱਚ ਬਹੁਤ ਯਕੀਨ ਰੱਖਦਾ ਹੈ। ਵਿਵਾਦ ਉਹਨੂੰ ਕਰਨੇ ਪਸੰਦ ਨੇ। ਆਪਣੀ ਵਿਦਵਤਾ ਦਾ ਗਿਆਨ ਦਿਖਾ ਕੇ ਦੂਜੇ ਨੂੰ ਨੀਵਾਂ ਦਿਖਾਉਣਾ ਉਹਦਾ ਸੁਭਾਅ ਸੀ। ਫਿਰ ਬੜੇ ਚਾਵਾਂ ਦੇ ਨਾਲ ਚੱਲਿਆ ਕਿ ਮੈਂ ਹੁਣ ਅੱਜ ਗੁਰੂ ਨੂੰ ਵੀ ਨੀਵਾਂ ਦਿਖਾਉਣਾ। ਇਦਾਂ ਦੇ ਪ੍ਰਸ਼ਨ ਪੁੱਛਣੇ ਹਨ। ਗਰਵਤ ਬੈਠਿਓ ਜਾਏ ਨਜੀਕਾ, ਪਿੱਖ ਬੋਲੇ ਸੋਢੀ ਕੁਲ ਟੀਕਾ। ਬੜੇ ਹੀ ਹੰਕਾਰ ਦੇ ਨਾਲ ਭਰਿਆ ਹੋਇਆ ਸੀ। ਗੁਰੂ ਮਹਾਰਾਜ ਦੇ ਕੋਲ ਆ ਕੇ ਬੈਠ ਗਿਆ ਤੇ ਹੰਕਾਰ ਬੜਾ ਬ੍ਰਾਹਮਣ ਦੇ ਵਿੱਚ, ਇੱਕ ਜਾਤ ਦਾ ਕਿ ਮੈਂ ਉੱਚੀ ਕੁੱਲ ਦਾ ਹਾਂ, ਤੇ ਦੂਜਾ ਮੈਨੂੰ ਵਿੱਦਿਆ ਬੜੀ ਆਉਂਦੀ ਆ, ਮੈਂ ਗ੍ਰੰਥ ਬੜੇ ਪੜ੍ਹੇ ਨੇ। ਐਵੇਂ ਫਿਰ ਜਦੋਂ ਆ ਕੇ ਬੈਠਾ, ਸੋਢੀ ਕੁੱਲ ਦੇ ਸਿਰਤਾਜ ਭਾਵ ਬਾਲੜੇ ਪ੍ਰੀਤਮ ਗੁਰੂ ਜੀ ਬੋਲੇ ਹਨ। ਕਹੋ ਦਿਜ ਬਰ ਕਿਆ ਬੂਝੋ ਚਹੈ, ਬਿਦਤ ਬਤਾਵੋ ਜਿਵ ਚਿਤ ਅਹੈ। ਕਹਿਣ ਲੱਗੇ, ਹੇ ਬ੍ਰਾਹਮਣ ਜੀ, ਕਹੋ ਜੀ ਕੀ ਪੁੱਛਣਾ ਚਾਹੁੰਦੇ ਹੋ ਤੁਸੀਂ? ਕਿੱਦਾਂ ਚਿੱਤ ਵਿੱਚ ਤੁਹਾਡੇ ਸੰਸ਼ੇ ਨੇ, ਸ਼ੱਕ ਨੇ, ਕਿੱਦਾਂ ਚਿੱਤ ਵਿੱਚ ਧਾਰਨ ਕੀਤਾ ਹੈ, ਦੱਸਣਾ ਕਰੋ ਸਾਨੂੰ ਹੁਣ। ਦਿਜ ਤਬ ਕਹੋ ਕ੍ਰਿਸ਼ਨ ਅਵਤਾਰ, ਹਿਰਦੇ ਜਿਨੂ ਕੋ ਗਿਆਨ ਉਧਾਰ। ਜਦੋਂ ਗੁਰੂ ਸਾਹਿਬ ਜੀ ਨੇ ਪੁੱਛਿਆ ਨਾ, ਫਿਰ ਉਹ ਬ੍ਰਾਹਮਣ ਬੋਲਿਆ। ਕਹਿਣ ਲੱਗਾ, ਜੀ ਸਾਡੇ ਵਿੱਚ ਹਿੰਦੂ ਧਰਮ ਦੇ ਵਿੱਚ ਭਾਵ ਕਿ ਸ਼੍ਰੀ ਕ੍ਰਿਸ਼ਨ ਜੀ ਅਵਤਾਰ ਹੋਏ ਨੇ, ਜਿਨ੍ਹਾਂ ਦੇ ਹਿਰਦੇ ਵਿੱਚ ਬੜਾ ਉੱਤਮ ਗਿਆਨ ਸੀ, ਜਿਨ੍ਹਾਂ ਦੇ ਹਿਰਦੇ ਵਿੱਚ ਇਤਨਾ ਗਿਆਨ ਸੀ ਕਿ ਉਹਨਾਂ ਨੇ ਬ੍ਰਹਮ ਗਿਆਨ ਮੈਂ ਗੀਤਾ ਕੀਨਸ, ਜੈ ਪਟ ਸੁਣ ਕੇ ਲੈ ਸਭ ਚੀਨਸ। ਭਾਗਵਤ ਗੀਤਾ ਭਗਵਾਨ ਦੇ ਬੋਲ, ਇਹ ਗ੍ਰੰਥ ਦੀ ਰਚਨਾ ਉਹਨਾਂ ਕੀਤੀ ਹੈ। ਇਸ ਕਰਕੇ ਜਿਸ ਨੂੰ ਪੜ੍ਹ ਲਿਖ ਕੇ ਸਾਰੇ ਪਛਾਣਦੇ ਨੇ ਕਿ ਉਹ ਅਤੀ ਉੱਤਮ ਹਨ। ਇਸ ਕਰਕੇ ਇਹ ਜੋ ਕ੍ਰਿਸ਼ਨ ਹਨ, ਉਹਨਾਂ ਦੀ ਸੋਭਾ ਭਾਗਵਤ ਗੀਤਾ ਕਰਕੇ ਹੁੰਦੀ ਹੈ ਸਦਾ ਹੀ। ਜੈ ਪਟ ਸੁਣ ਕੇ ਲੈ ਸਭ ਚੀਨਸ, ਤੈਨ ਨਾਮਨ ਤੇ ਤੁਮ ਅਦਕਾਇਓ, ਸ੍ਰੀ ਹਰਿ ਕ੍ਰਿਸ਼ਨ ਨਾਮ ਰਖਾਇਓ। ਪਰ ਤੁਸੀਂ ਉਹਨਾਂ ਦੇ ਨਾਂ ਨਾਲੋਂ ਵੀ ਆਪਣਾ ਵੱਡਾ ਨਾਮ ਰਖਵਾ ਲਿਆ। ਵੱਡਾ ਨਾਮ ਰੱਖ ਲਿਆ ਭਾਵ ਸ਼੍ਰੀ ਹਰਿ ਕ੍ਰਿਸ਼ਨ ਨਾਮ ਤੁਹਾਡਾ ਮੈਂ ਸੁਣਿਆ ਹੈ, ਇਹ ਤੁਹਾਡਾ ਨਾਮ ਹੈ। ਉਹਨਾਂ ਦੇ ਨਾਮ ਨਾਲੋਂ, ਕ੍ਰਿਸ਼ਨ ਦੇ ਨਾਮ ਨਾਲੋਂ ਵੀ ਵੱਡਾ ਰੱਖਿਆ ਹੋਇਆ ਹੈ। ਪੁਨ ਗੁਰ ਗਾਦੀ ਪਰਥਤ ਅਹੈ, ਗੁਰੂ ਨਾਮ ਆਪਣੋ ਜਗ ਲਹੈ। ਫਿਰ ਤੁਸੀਂ ਦੂਜੀ ਗੱਲ, ਗੱਦੀ ਤੇ ਵੀ ਬੈਠੇ ਹੋ, ਗੁਰਤਾ ਗੱਦੀ ਤੇ। ਜੱਗ ਦੇ ਵਿੱਚ ਤੁਸੀਂ ਆਪਣੇ ਆਪ ਨੂੰ ਗੁਰੂ ਅਖਵਾਉਂਦੇ ਹੋ। ਦੁਨੀਆ ਦੇ ਲੋਕ ਤੁਹਾਨੂੰ ਗੁਰੂ ਗੁਰੂ ਆਖਦੇ ਹਨ। ਗੀਤਾਲ ਕੇ ਪ੍ਰਸ਼ਨ ਬੜ ਮੇਰੋ, ਉਤਰ ਦੇਹੋ ਤੁਮ ਸੁਣੇ ਬਡੇਰੋ। ਹੁਣ ਭਾਗਵਤ ਗੀਤਾ ਦੇ ਮੈਨੂੰ ਅਰਥ ਜਿਹੜੇ ਨੇ ਉਹ ਕਰਕੇ ਹੀ ਸੁਣਾ ਦਿਓ, ਕਿਉਂਕਿ ਤੁਹਾਡਾ ਨਾਮ ਹੈ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ। ਇਸ ਕਰਕੇ ਤੁਸੀਂ ਉਹਨਾਂ ਦੇ ਉੱਤਰ ਦੇਵੋ। ਤੁਸੀਂ ਵੱਡੇ ਸੁਣੇ ਜਾਂਦੇ ਹੋ, ਨਾਮ ਵੀ ਤੁਹਾਡਾ ਬੜਾ ਵੱਡਾ ਰੱਖਿਆ ਹੈ। ਸੋ ਸ੍ਰੀ ਕ੍ਰਿਸ਼ਨ ਬਨਾਵਣ ਕੀਨ, ਅਰਥ ਕਰੋ ਜੋ ਲਵੈ ਚੀਨ। ਕ੍ਰਿਸ਼ਨ ਨੇ ਗੀਤਾ ਬਣਾਈ ਹੈ ਜੋ ਸ਼੍ਰੀ ਕ੍ਰਿਸ਼ਨ ਨੇ, ਤੇ ਉਹਦੇ ਤੁਸੀਂ ਅਰਥ ਕਰਕੇ ਦਿਖਾ ਦਿਓ, ਜਿਹੜੇ ਮੈਂ ਵੇਖ ਲਵਾਂ ਜਾਂ ਸੁਣ ਲਵਾਂ। ਭਾਵ ਉਹਨਾਂ ਦਾ ਨਾਮ ਸੀ ਸ਼੍ਰੀ ਕ੍ਰਿਸ਼ਨ,
ਤੇ ਉਹਨਾਂ ਨੇ ਤਾਂ ਗੀਤਾ ਦੀ ਰਚਨਾ ਕੀਤੀ। ਤੁਹਾਡਾ ਨਾਮ ਆ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ, ਏਡਾ ਵੱਡਾ ਨਾਂ, ਤੁਸੀਂ ਫਿਰ ਉਹਦੇ ਅਰਥ ਹੀ ਕਰਕੇ ਸੁਣਾ ਦਿਓ, ਫਿਰ ਮੈਂ ਤੁਹਾਨੂੰ ਅਵਤਾਰ ਮੰਨ ਸਕਦਾ ਹਾਂ। ਸਾਥ ਜਾਣੋ ਨਾਮ ਤੁਮਾਰੋ, ਨਹਿ ਤਨੀਕੇ ਨਹਿ ਨਿਹਾਰੋ। ਅਰਥ ਦੇ ਸਹਿਤ ਆਪਣਾ ਨਾਮ ਜਾਣੋ। ਕਹਿੰਦੇ ਨਹੀਂ ਤਾਂ ਮੈਂ ਇਹ ਨਾਮ ਤੁਹਾਡਾ ਜਿਹੜਾ ਤੁਸੀਂ ਰੱਖਿਆ ਹੋਇਆ, ਇਸ ਗੱਲ ਨੂੰ ਚੰਗਾ ਨਹੀਂ ਸਮਝਾਂਗਾ, ਇਹ ਗੱਲ ਮੈਨੂੰ ਚੰਗੀ ਨਹੀਂ ਲੱਗੇਗੀ। ਸ੍ਰੀ ਹਰਿਕ੍ਰਿਸ਼ਨ ਸੁਣਤ ਬਚ ਕਹਿਓ, ਬਾਤੀ ਬ੍ਰਹਮ ਜਾਤ ਕੋ ਲਹਿਓ। ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਸੁਣ ਕੇ ਬਚਨ ਕਹੇ, ਕਹਿਣ ਲੱਗੇ ਬ੍ਰਾਹਮਣ ਜੀ, ਅਸੀਂ ਤੁਹਾਡੇ ਮਨ ਬਾਰੇ ਜਾਣ ਲਿਆ ਹੈ। ਤੁਸੀਂ ਝਗੜਾਲੂ ਸੁਭਾਅ ਦੇ ਹੋ, ਭਾਵ ਕਿ ਆਪਣੀ ਵਿੱਦਿਆ ਦਾ ਦੂਜੇ ਨੂੰ ਦਿਖਾਉਣਾ, ਪ੍ਰਗਟਾਵਾ ਕਰਨਾ, ਦੂਜਿਆਂ ਨੂੰ ਨੀਵਾਂ ਦਿਖਾਉਣਾ, ਉਹਨਾਂ ਦੇ ਗ੍ਰੰਥਾਂ ਦੇ ਸੰਬੰਧਾਂ ਵਿੱਚ ਉਹਨਾਂ ਤੋਂ ਹੀ ਸਵਾਲ ਪੁੱਛਣੇ, ਐਸੇ ਆਸ਼ੇ ਤੁਹਾਡੇ ਦਿਲ ਦੇ ਵਿੱਚ ਹੁੰਦੇ ਨੇ। ਝਗੜਾਲੂ ਹੋ, ਇਸ ਕਰਕੇ ਹੰਕਾਰ ਹੈ ਤੁਹਾਨੂੰ। ਗੁਰੂ ਮਹਾਰਾਜ ਨੇ ਸਾਰੀ ਗੱਲ ਉਹਦੀ ਸਮਝ ਲਈ ਹੈ। ਜਦੋਂ ਜੇਕਰ ਹਮ ਤੁਝ ਅਰਥ ਸੁਣਾਵੇ, ਤੋ ਕਲਪਨਾ ਅਨਕ ਉਠਾਵੇ। ਜੇਕਰ ਅਸੀਂ ਕਹਿੰਦੇ ਤੁਹਾਨੂੰ ਇਹਦੇ ਅਰਥ ਸੁਣਾ ਦਈਏ ਗੀਤਾ ਦੇ, ਤਾਂ ਤੁਸੀਂ ਕਈ ਪ੍ਰਕਾਰ ਦੀਆਂ ਕਲਪਨਾਵਾਂ ਉਠਾਵੋਗੇ ਤੇ ਇਹ ਵੀ ਆਖ ਸਕਦੇ ਹੋ, ਧਨੀ ਪੁਰਖ ਇਹ ਭਾਗ ਬਲੀ ਹੈ, ਕਿਨੋਂ ਪੜਾਈ ਭਾਗ ਚਲੀ ਹੈ। ਅਸੀਂ ਅਰਥ ਕਰਕੇ ਦੱਸ ਦਈਏ, ਤੁਸੀਂ ਕਹੋਗੇ ਇਹ ਧਨੀ ਪੁਰਖ ਹੈ, ਇਹਨਾਂ ਕੋਲ ਪੈਸੇ ਨੇ, ਕਿਸੇ ਨੇ ਇਹਨਾਂ ਨੂੰ ਗੀਤਾ ਭਲੀ ਪ੍ਰਕਾਰ ਪੜ੍ਹਾ ਦਿੱਤੀ ਹੋਵੇਗੀ, ਗੀਤਾ ਦਾ ਪਾਠ ਸਿਖਾ ਦਿੱਤਾ ਹੋਵੇਗਾ। ਪਥ ਪੜੀ ਹੋਏਗੀ ਕਿਸ ਪਾਸ, ਇਹ ਜਾਣੇ ਨ ਹੋਏ ਵਿਸ਼ਵਾਸ। ਜਾਂ ਪਹਿਲਾਂ ਹੀ ਕਿਸੇ ਦੇ ਪਾਸੋਂ ਪੜ੍ਹ ਲਈ ਹੋਵੇਗੀ। ਇਸ ਤਰ੍ਹਾਂ ਜੇਕਰ ਅਸੀਂ ਅਰਥ ਕਰੀਏ ਤੇ ਤੁਹਾਨੂੰ ਤਾਂ ਵੀ ਵਿਸ਼ਵਾਸ ਨਹੀਂ ਹੋਵੇਗਾ ਬ੍ਰਾਹਮਣ ਜੀ। ਜਾਂ ਤੇ ਪ੍ਰਥਮ ਕਾਰਤਮ ਐਮ ਕੀਜੈ, ਆਪੇ ਨਗਰ ਮੈਂ ਜਾਏ ਪਖੀਜੈ। ਇਸ ਕਰਕੇ ਨਾ ਤੁਸੀਂ ਪਹਿਲਾਂ ਇਹ ਵਾਲਾ ਕਾਰ ਕਰੋ, ਆਪ ਨਗਰ ਵਿੱਚ ਜਾ ਕੇ ਇਹ ਵੇਖੋ। ਹੁਣ ਸੋ ਆਪਠਤ ਹੋਏ ਮੂਡ ਬਸਾਲਾ, ਤਿਉ ਬੁਲਾਏ ਅਨੋ ਇਸ ਕਾਲਾ। ਜਿਹੜਾ ਵੀ ਕੋਈ ਅਨਪੜ੍ਹ ਹੈ, ਪਿੰਡ ਦੇ ਵਿੱਚ ਵੱਡਾ ਮੂਰਖ ਹੈ, ਭਾਵ ਜਿਹਨੂੰ ਸੋਝੀ ਸਮਝ ਨਹੀਂ ਹੈ, ਉਹਨੂੰ ਇੱਥੇ ਬੁਲਾ ਕੇ ਲੈ ਆਵੋ। ਕੋਈ ਵੀ ਅਨਪੜ੍ਹ ਵਿਅਕਤੀ ਗਿਆਨ ਤੋਂ ਬਿਨਾ, ਜਿਹਨੂੰ ਕੁਝ ਵੀ ਪੜ੍ਹਨਾ ਨਹੀਂ ਆਉਂਦਾ, ਉਹਨੂੰ ਵੀ ਬੁਲਾ ਸਕਦੇ ਹੋ। ਸੋ ਤਰਦੇ ਹੈ ਤੁਝ ਚਾਹਤ, ਜਿਨ ਬੂਝਨ ਹਿਤ ਨੀਤ ਮਾਹਤ। ਤੇ ਉਹ ਤੁਹਾਨੂੰ ਉੱਤਰ ਦੇ ਦੇਵੇਗਾ। ਜਿਹੜੇ ਅਰਥ ਤੁਸੀਂ ਸੁਣਨੇ ਨੇ ਉਹ ਤੁਹਾਨੂੰ ਸੁਣਾਵੇਗਾ। ਜਿਨ੍ਹਾਂ ਨੂੰ ਪੁੱਛਣ ਵਾਸਤੇ ਤੁਹਾਡੇ ਮਨ ਵਿੱਚ ਕਾਹਲ ਪਈ ਆ ਨਾ ਕਿ ਮੈਂ ਇਹ ਸ਼ਲੋਕ ਦੇ ਗੀਤਾ ਦੇ ਅਰਥ ਸੁਣਨੇ ਨੇ, ਤੇ ਉਹ ਤੁਹਾਨੂੰ ਸੁਣਾਵੇਗਾ। ਤੁਸੀਂ ਪਿੰਡ ਵਿੱਚੋਂ ਕਿਸੇ ਨੂੰ ਲਿਆ ਸਕਦੇ ਹੋ। ਸੁਣ ਸਤਿਗੁਰ ਕੋ ਬਾ ਕਰ ਸੀਲਾ, ਬਿਰਪ ਭਇਓ ਮਦ ਤੇ ਕੁਸ ਢੀਲਾ। ਗੁਰੂ ਸਾਹਿਬ ਜੀ ਨੇ ਬੜੇ ਰਸੀਲੇ ਬਚਨ ਆਖੇ ਨਾ, ਜਦੋਂ ਪ੍ਰੇਮ ਦੇ ਨਾਲ ਜੀ ਕਹਿ ਕੇ ਸਤਿਕਾਰ ਦੇ ਕੇ, ਤੇ ਬ੍ਰਾਹਮਣ ਦਾ ਹੰਕਾਰ ਢਿੱਲਾ ਪੈ ਗਿਆ। ਫਿਰ ਬਚਨਾਂ ਨੂੰ ਸੁਣ ਕੇ ਜਾਓ ਨਗਰ ਮੈਂ ਧੀਵ ਧੀਵਰ ਹੇਰਾ, ਘਰ ਘਰ ਨਿਤ ਜਲ ਢੋਏ ਕਨੇਰਾ। ਨਗਰ ਦੇ ਵਿੱਚ ਜਦੋਂ ਗਿਆ, ਕਹਿੰਦਾ ਕਿਹਨੂੰ ਲੈ ਕੇ ਜਾਵਾਂ, ਤਾਂ ਫਿਰ ਇਹਨੇ ਇੱਕ ਝੀਵਰ ਨੂੰ ਦੇਖਿਆ ਜਿਹਦਾ ਨਾਮ ਛੱਜੂ ਝੀਵਰ ਆਇਆ ਹੈ ਇਤਿਹਾਸ ਵਿੱਚ। ਉਹ ਕੀ ਕਰਦਾ ਸੀ ਵਿਚਾਰਾ, ਸਿੱਧਾ ਸਾਦਾ ਭੋਲਾ ਭਾਲਾ ਬੰਦਾ, ਬਿਲਕੁਲ ਨਿੱਤ ਉਹ ਘਰਾਂ ਘਰਾਂ ਵਿੱਚ ਜਲ ਢੋਂਦਾ ਹੁੰਦਾ ਸੀ। ਮਹਾਮੂਡ ਬੋਲਿਓ ਨਹ ਜਾਣੇ, ਪੇਟ ਭਰਨ ਲੈ ਕਾਰਜ ਠਾਨੈ। ਉਹ ਸਹੀ ਤਰ੍ਹਾਂ ਬੋਲਣਾ ਵੀ ਨਹੀਂ ਸੀ ਜਾਣਦਾ, ਭਾਵ ਭੋਲਾ ਸੀ, ਸਿੱਧਾ ਸੀ ਬਿਲਕੁਲ। ਪੇਟ ਭਰਨ ਵਾਸਤੇ ਲੋਕ ਉਹ ਤੋਂ ਪਾਣੀ ਭਰਵਾਉਂਦੇ ਹੁੰਦੇ ਸੀ, ਇਸ ਕਰਕੇ ਉਹ ਕੰਮ ਕਰਦਾ ਹੁੰਦਾ ਸੀ ਲੋਕਾਂ ਦੇ ਜਾ ਕੇ। ਕਾਰੋ ਬਰਨ ਬਸਤਰ ਤਨ ਫਾਰੇ, ਜਨ ਪੜਤੇ ਨਰ ਨਹੀਂ ਨਿਹਾਰੇ। ਇਸ ਕਰਕੇ ਉਹਦਾ ਜਿਹੜਾ ਚਮੜੀ ਦਾ ਰੰਗ ਸੀ ਕਾਲਾ, ਉਸ ਦਾ ਰੰਗ ਸੀ। ਕਵੀ ਜੀ ਕਹਿੰਦੇ ਸਰੀਰ ਦੇ ਕੱਪੜੇ ਵੀ ਵਿਚਾਰੇ ਦੇ ਪਾਟੇ ਹੋਏ ਸਨ।
ਉਹਨੇ ਅੱਜ ਤੱਕ ਕਿਸੇ ਨੂੰ ਪੜਦਿਆਂ ਨੂੰ ਵੀ ਤੱਕਿਆ ਨਹੀਂ ਸੀ। ਬਸ ਪਾਣੀ ਢੋਣਾ, ਪ੍ਰਸ਼ਾਦਾ ਛਕਣਾ, ਫਿਰ ਪਾਣੀ ਢੋਣਾ, ਇਹੀ ਉਹਦਾ ਕੰਮ ਸੀ ਨਿਤ ਰੋਜ਼ ਦਾ। ਆਪ ਪਵਨ ਤੇ ਜਾਣੇ ਕਹਾ, ਬਹੁ ਕਰੂਪ ਮਤ ਮੂਰਖ ਮਹਾ। ਕਦੇ ਵੀ ਕਿਸੇ ਪਾਠਸ਼ਾਲਾ ਦੇ ਨੇੜਿਓਂ ਨਹੀਂ ਸੀ ਲੰਘਿਆ। ਆਪ ਪੜ੍ਹਨਾ ਤਾਂ ਕਿੱਥੇ ਜਾਣਦਾ ਸੀ, ਉਹਨੇ ਕਿਸੇ ਨੂੰ ਵੀ ਪੜ੍ਹਦੇ ਹੋਏ ਨਹੀਂ ਸੀ ਤੱਕਿਆ। ਇਸ ਕਰਕੇ ਬਹੁਤ ਕੁਰੂਪ ਸੀ, ਜਿਹੜਾ ਰੂਪ ਹੁੰਦਾ ਉਹਦੇ ਕਰਕੇ, ਤੇ ਬਿਲਕੁਲ ਸਾਂਵਲਾ ਕਾਲਾ ਰੰਗ ਸੀ ਉਹਦਾ। ਬੁੱਧੀ ਪੱਖੋਂ ਵੀ ਮੂੜ ਹੀ ਸੀ। ਤੈ ਗੈ ਬਾਂ ਗਇਓ ਸਮਝਾਈ, ਇੱਕ ਕਾਰਜ ਮੇਰੇ ਕਰ ਆਏ। ਉਹ ਜਿਹੜਾ ਫਿਰ ਬ੍ਰਾਹਮਣ ਸੀ ਉਹਦੇ ਨੇੜੇ ਗਿਆ ਤੇ ਉਹਨੇ ਆਖਿਆ ਵੀ ਇਹਨੂੰ ਹੀ ਮੈਂ ਲੈ ਜਾਣਾ ਹਾਂ ਤੇ ਇਹ ਗੁਰੂ ਦੀ ਪਰਖ ਹੋ ਜਾਏਗੀ। ਤੇ ਉਹਨੇ ਬਾਂਹ ਫੜ ਕੇ ਉਹਨੂੰ ਸਮਝਾਇਆ ਇਸ਼ਾਰਿਆਂ ਦੇ ਨਾਲ ਤੇ ਬੋਲ ਕੇ ਕਹਿਣ ਲੱਗਾ, ਇੱਕ ਕਾਰਜ ਮੇਰਾ ਵੀ ਅੱਜ ਤੂੰ ਕਰਦੇ, ਲੋਕਾਂ ਲਈ ਵੀ ਪਾਣੀ ਤੋਂ ਢੋਣਾ ਰਹਿਣਾ ਹੈ। ਕਟਕਾ ਚਾਰਕ ਮੈਂ ਪੁਨ ਆਵੋ, ਆਪਣੋ ਕਾਰਜ ਕਰਨ ਲੱਗ ਜਾਵੋ। ਕਹਿੰਦਾ 4 ਘੜੀਆਂ ਬਾਅਦ ਫੇਰ ਆ ਜਾਵੀਂ, ਆਪਣਾ ਕੰਮ ਕਰ ਲਵੀਂ ਆ ਕੇ। ਮੈਂ ਤੈਨੂੰ ਤੇਰੇ ਕੰਮ ਤੋਂ ਨਹੀਂ ਹਟਾਉਂਦਾ, ਬਸ ਤੂੰ ਮੇਰੇ ਨਾਲ ਇੱਕ ਵਾਰ ਜਾਣਾ ਕਰ। ਹਿਮ ਕੈ ਸੰਗ ਲਿਓ ਚਲ ਆਇਓ, ਜੈ ਸ੍ਰੀ ਸਤਿਗੁਰ ਬੈਠ ਸੁਹਾਇਓ। ਇਸ ਤਰ੍ਹਾਂ ਕਹਿ ਕੇ ਨਾਲ ਲੈ ਕੇ ਉੱਥੇ ਫਿਰ ਆ ਗਿਆ ਜਿੱਥੇ ਗੁਰੂ ਮਹਾਰਾਜ ਜੀ ਬੈਠੇ ਸੋਭਾ ਪਾ ਰਹੇ ਸਨ ਜੀ। ਤੈ ਬਿਠਾਏ ਬੈਸਿਓ ਕਰ ਚਾਓ, ਬਿਸਮਤ ਚਾਹਤ ਪੇਖਣ ਪਰ ਭਾਓ। ਉਹ ਫਿਰ ਛੱਜੂ ਝੀਵਰ ਨੂੰ ਨਾਲ ਲਿਆਂਦਾ, ਬੜੇ ਚਾਅ ਦੇ ਨਾਲ ਬੈਠ ਗਿਆ ਕਿ ਇਹ ਗੁਰੂ ਸਾਹਿਬ ਜੀ ਕਿਵੇਂ ਇਹਦੇ ਤੋਂ ਅਰਥ ਕਰਵਾ ਸਕਣਗੇ। ਤੇ ਇਹ ਅਦਭੁਤ ਕ੍ਰਿਸ਼ਮਾ ਵੇਖਣਾ ਚਾਹੁੰਦਾ ਹੈ ਵੀ ਕੀ ਗੁਰੂ ਜੀ ਹੁਣ ਕਰਦੇ ਨੇ। ਨਾਮ ਜਿਨ੍ਹਾਂ ਨੇ ਆਪਣਾ ਗੁਰੂ ਹਰਿਕ੍ਰਿਸ਼ਨ ਰਖਵਾਇਆ ਹੋਇਆ ਹੈ। ਚਿਤਵਤ ਪ੍ਰਸਨਨ ਦੇ ਵੱਡ ਗਾਡੇ, ਇਹ ਜੀਵਨ ਕੀ ਬੁੱਧ ਕਮ ਬਾਢੈ। ਹਿਰਦੇ ਦੇ ਵਿੱਚ ਬਹੁਤ ਗੂੜੇ ਪ੍ਰੇਸ਼ਨ ਜਿਹੜੇ ਸੀ ਉਹ ਵਿਚਾਰੇ ਹੋਏ ਸਨ ਕਿ ਇਹ ਝੀਵਰਾ ਜਿਹੜਾ ਬਿਲਕੁਲ ਭੋਲਾ ਭਾਲਾ ਸਿੱਧਾ, ਜਿਹਨੂੰ ਆਪਾਂ ਕਹਿੰਦੇ ਸਿੱਧਾ ਸਿੱਧਰਾ ਬੰਦਾ, ਇਹ ਕਿਵੇਂ ਅਰਥ ਕਰ ਸਕੇਗਾ। ਇਹਦੀ ਬੁੱਧੀ ਇਹਦੀ ਅਕਲ ਕਿਵੇਂ ਗੀਤਾ ਦੇ ਅਰਥ ਸੁਣਾ ਸਕਦੀ ਹੈ। ਸ੍ਰੀ ਹਰਿ ਕ੍ਰਿਸ਼ਨ ਜਾਨ ਮਨ ਕੇਰੀ, ਕਿਰਪਾ ਦ੍ਰਿਸ਼ਟ ਧੀਵਰ ਦਿਸ ਹੇਰੀ। ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਨੇ ਉਸ ਦੇ ਮਨ ਦੀ ਗੱਲ ਜਾਣ ਕੇ ਬਹੁਤ ਕਿਰਪਾ ਭਰੀ ਨਿਗਾਹ ਦੇ ਨਾਲ ਮੇਰਾਂ ਦੇ ਸਾਈਂ ਨੇ ਬਾਲੜੇ ਪ੍ਰੀਤਮ ਜੀ ਨੇ ਝੀਵਰ ਦੇ ਵੱਲ ਜਦੋਂ ਤੱਕਿਆ ਹੈ। ਮੁਖ ਮਸਕਾਵਤ ਬਾਕ ਬਖਾਨਾ, ਬਿਰਪ ਮਨੋਰਥ ਜਿਵ ਉਠਾਨਾ। ਫਿਰ ਮੁਸਕਰਾ ਕੇ ਬਚਨ ਕੀਤਾ, ਕਹਿਣ ਲੱਗੇ ਬ੍ਰਾਹਮਣ ਜੀ, ਜਿਵੇਂ ਤੁਸੀਂ ਮਨ ਵਿੱਚ ਮਨੋਰਥ ਧਾਰਨ ਕੀਤਾ, ਜਿਹੜੇ ਜਿਹੜੇ ਸਵਾਲ ਤੁਸੀਂ ਪੁੱਛਣੇ ਹਨ ਗੀਤਾ ਵਿੱਚੋਂ, ਸੋ ਤੈ ਬੂਝਣ ਕਰਕੇ ਅਬ ਹੂੰ, ਸੰਕਟ ਕੇ ਉੱਤਰ ਦਿਓ ਸਭ ਹੂੰ। ਉਹ ਤੁਸੀਂ ਹੁਣ ਇਸ ਤੋਂ ਪੁੱਛ ਸਕਦੇ ਹੋ, ਇਹ ਤੁਹਾਡੇ ਸ਼ੰਕਿਆਂ ਦੇ ਸਾਰੇ ਉੱਤਰ ਦੇ ਦੇਵੇਗਾ। ਸਮਾਧਾਨ ਕਰ ਨੀਕੇ ਜਾਕੋ, ਸੁਧ ਹੋਏ ਸੁਣਤ ਮਨ ਬਾਕੋ। ਇਹ ਜਿਹਨੂੰ ਦੁਨੀਆ ਦੇ ਲੋਕ ਸਿੱਧਾ ਸਿੱਧਾ ਕਹਿੰਦੇ ਨੇ, ਝੀਵਰ ਛੱਜੂ ਝੀਵਰ, ਸਿੱਧਾ ਬੰਦਾ ਪੱਧਰ ਬੰਦਾ, ਇਹ ਤੇਰੇ ਮਨ ਨੂੰ ਪੱਧਰਾ ਕਰ ਦੇਵੇਗਾ। ਹੁਣ ਇਹ ਤੁਹਾਡੇ ਮਨ ਨੂੰ ਟੇਢੇ ਤੋਂ ਸਿੱਧਾ ਕਰਨ ਆਇਆ ਹੈ। ਇਹ ਨਹੀਂ ਸਿੱਧਾ, ਇਹ ਹੁਣ ਤੁਹਾਡੇ ਮਨ ਨੂੰ ਸਿੱਧਾ ਕਰਕੇ ਦਿਖਾਵੇਗਾ। ਦੋਹੇਰਾ ਸ਼ਾਸਤਰ ਤੱਗਿਆ ਧੀਵਰ, ਬਣਿਓ ਸੁਰ ਬਾਣੀ ਕਹਤਾ ਹੈ। ਇਹ ਹੁਣ ਨਾ ਸ਼ਾਸਤਰਾਂ ਦਾ ਗਿਆਤਾ ਬਣ ਚੁੱਕਾ ਹੈ। ਇਹਨੂੰ ਆਮ ਇਨਸਾਨ ਨਾ ਸਮਝੋ, ਇਹਨੂੰ ਬੜਾ ਗਿਆਨ ਆ। ਇਸ ਕਰਕੇ ਤੇ ਸੰਸਕ੍ਰਿਤ ਵਿਦਿਆ ਦਾ ਵੀ ਗਿਆਨ ਹੈ, ਜੋ ਪੁੱਛਣਾ ਪੁੱਛ ਸਕਦੇ ਹੋ। ਕਸਮਨ ਸ਼ਾਸਤਰ ਪਰ ਬੈਠ ਦਜ ਕੋ ਪੂਰਬ ਮੁਝ ਪਾਹੇ। ਇਹ ਫਿਰ ਇਹ ਬ੍ਰਾਹਮਣ ਜੀ ਕਿਸ ਸ਼ਾਸਤਰ ਵਿੱਚੋਂ ਪੁੱਛਣੇ ਨੇ ਤੇ ਉਹ ਪੁੱਛਣਾ ਕਰੋ, ਪੁੱਛ ਸਕਦੇ ਹੋ। ਚੌਪਈ ਇਤਿਆਤ ਕਸੂਰ ਗਿਰਾ ਬਖਾਨੀ, ਜਾਓ ਸੇ ਵਿਦਿਆ ਹਾਏ ਬੁੱਧ ਮੋਹਾਨੀ। ਐਵੇਂ ਫਿਰ ਸੰਸਕ੍ਰਿਤ ਦੇ ਵਿੱਚ ਉਹ ਬੋਲਿਆ ਹੈ, ਜਿਵੇਂ ਬਹੁਤ ਵੱਡਾ ਵਿਦਵਾਨ ਹੁੰਦਾ ਹੈ ਤੇ ਮਹਾਨ ਕਿਸੇ ਦੀ ਬੁੱਧੀ ਹੁੰਦੀ ਆ, ਉਹ ਬੰਦਾ
ਜਿਹੜਾ ਕੁਝ ਸਮੇਂ ਪਹਿਲਾਂ ਬਿਲਕੁਲ ਪਾਣੀ ਢੋ ਰਿਹਾ ਸੀ, ਜਿਹਨੂੰ ਬ੍ਰਾਹਮਣ ਨੇ ਫੜ ਕੇ ਲਿਆਂਦਾ, ਜਦੋਂ ਗੁਰੂ ਸਾਹਿਬ ਦੀ ਨਿਗਾਹ ਜਦੋਂ ਪੈ ਗਈ, ਸਿੱਧੇ ਕਰਮ ਹੋ ਗਏ ਤੇ ਜਿਸ ਕਰਕੇ ਉਹ ਵਿਦਵਾਨ ਬਣ ਗਿਆ। ਤੇ ਹੁਣ ਉਹ ਸੰਸਕ੍ਰਿਤ ਭਾਸ਼ਾ ਵਿੱਚ ਪੁੱਛਦਾ ਬ੍ਰਾਹਮਣ ਜੀ ਤੋਂ ਕਿ ਪੁੱਛੋ ਜੀ, ਕੀ ਪੁੱਛਣਾ ਚਾਹੁੰਦੇ ਹੋ? ਸ਼ੰਕਾ ਪ੍ਰਸ਼ਨ ਬਿਰਪ ਮਨ ਜੇਈ, ਕਰੇ ਆਪ ਪੁਨ ਉੱਤਰ ਦੇਈ। ਬ੍ਰਾਹਮਣ ਦੇ ਮਨ ਵਿੱਚ ਜਿਹੜੇ ਸ਼ੰਕੇ ਦੇ ਪ੍ਰਸ਼ਨ ਸੀ, ਪਹਿਲਾਂ ਆਪ ਉਹ ਪ੍ਰਸ਼ਨ ਕੀਤੇ, ਫਿਰ ਉਹਨਾਂ ਦੇ ਉੱਤਰ ਦਿੱਤੇ। ਕਹਿਣ ਲੱਗੇ ਆਹ ਸ਼ਲੋਕ ਦੇ ਤੁਸੀਂ ਅਰਥ ਸੁਣਨੇ ਸੀ, ਪਹਿਲਾਂ ਸ਼ਲੋਕ ਸੁਣਾਏ ਗੀਤਾ ਦੇ, ਫਿਰ ਉਹਨਾਂ ਦੇ ਅਰਥ ਵੀ ਨਾਲ ਨਾਲ ਉਹ ਛੱਜੂ ਝੀਵਰ ਨੇ ਦੱਸੇ ਹਨ। ਸ਼ੰਕਾ ਦਸਕ ਹਤੀ ਦਸ ਮਨ ਮੈਂ, ਤਿੰਨ ਬੀਸਕ ਭਾਖੀ ਤੈ ਸਿਨ ਮੈਂ। ਬ੍ਰਾਹਮਣ ਦੇ ਮਨ ਵਿੱਚ 10 ਸ਼ੰਕੇ ਸੀ, ਤੇ ਪਰ ਉਹਨੇ ਕੀ ਕੀਤਾ, ਛੱਜੂ ਨੇ ਤੇ 20 ਜਿਹੜੇ ਸੀ ਨਾ, 20 ਸ਼ੰਕਿਆਂ ਦੇ ਉੱਤਰ ਦਿੱਤੇ। ਮਨ ਵਿੱਚ 10 ਦੇ ਕਰੀਬ ਸ਼ੰਕੇ ਸੀ ਬ੍ਰਾਹਮਣ ਦੇ, ਪਰ 20 ਸ਼ੰਕਿਆਂ ਦੇ ਉੱਤਰ ਦੇ ਦਿੱਤੇ ਹਨ। ਬ੍ਰਹਮ ਸੰਦ ਸੁਪਟ ਸਭ ਜੋਵਤ, ਹੀਰ ਹੀਰ ਬਿਸਮਤ ਚਿਤ ਹੋਵਤ। ਫਿਰ ਬਹੁਤ ਸਾਰੇ ਜਿਹੜੇ ਪ੍ਰਚਾਰਕ ਸੀ, ਸੂਰਮੇ ਸੀ, ਖੜੇ ਵੇਖਦੇ ਸੀ, ਹੈਰਾਨ ਹੋ ਰਹੇ ਮਨ ਦੇ ਅੰਦਰ। ਇਹ ਪਠ ਪਠਤ ਵੇਦ ਕੀ ਬਾਤ, ਤਨ ਮਲੀਨ ਕੋ ਜਾਤ ਸਨਾਤ। ਕਹਿੰਦੇ ਇਹ ਇਨਸਾਨ ਵੇਦ ਦੀਆਂ ਗੱਲਾਂ ਕਰੀ ਜਾਂਦਾ ਹੈ, ਇਹ ਗੀਤਾ ਦੀਆਂ ਗੱਲਾਂ ਕਰਦਾ ਹੈ, ਤੇ ਭਾਵੇਂ ਇਹਦੇ ਮੈਲੇ ਕੱਪੜੇ ਪਾਏ ਨੇ, ਇਹ ਤਾਂ ਨੀਵੀਂ ਜਾਤ ਦਾ, ਇਹ ਇੰਨਾ ਕੁਝ ਕਿਵੇਂ ਸਿੱਖ ਗਿਆ ਹੈ? ਨਾ ਜਬਰ ਕੋ ਬੋਲਣ ਦਿਓ, ਸੁਣਤ ਬਲੋਕਦ ਤੁਸਣ ਭਇਓ। ਕਹਿੰਦੇ ਇਹਨੇ ਤਾਂ ਬ੍ਰਾਹਮਣ ਨੂੰ ਬੋਲਣ ਹੀ ਨਹੀਂ ਦਿੱਤਾ, ਸੁਣ ਕੇ ਵੇਖ ਕੇ ਚੁੱਪ ਹੋ ਗਿਆ ਹੈ, ਬ੍ਰਾਹਮਣ ਦਾ ਹੰਕਾਰ ਟੁੱਟ ਗਿਆ ਹੈ। ਨਹੀਂ ਪ੍ਰਸ਼ਨ ਪੀ ਕਛੂ ਉਚਾਰਾ, ਵਿਦਿਆ ਮਤ ਜਿਸ ਵੱਡੋ ਅਫਾਰਾ। ਉਹ ਤੋਂ ਇੱਕ ਪ੍ਰੇਸ਼ਨ ਨਹੀਂ ਬੋਲਿਆ ਗਿਆ ਬ੍ਰਾਹਮਣ ਤੋਂ, ਜਿਹਨੂੰ ਵਿਦਿਆ ਦੇ ਹੰਕਾਰ ਦਾ ਫਰੇਮਾ ਹੋਇਆ ਸੀ। ਜਗ ਪੂਰਵ ਭਾਗ ਬਸਾਲਾ, ਭਇਓ ਨਾਮ ਮਨ ਤੇ ਤਿਸ ਕਾਲਾ। ਉਹਦੇ ਪਿਛਲੇ ਭਾਗ ਜਾਗ ਪਏ ਨੇ, ਉਸ ਸਮੇਂ ਮਨ ਵਿੱਚ ਬੜਾ ਦੀਨ ਹੋ ਗਿਆ। ਫਿਰ ਹਾਥ ਜੋਰ ਕਰ ਪਰਿਓ ਅਗਾਰੀ, ਕਰੀ ਡੰਡੌਤ ਪ੍ਰੇਮ ਕਰ ਭਾਰੇ। ਹੱਥ ਜੋੜ ਕੇ ਫਿਰ ਬ੍ਰਾਹਮਣ ਅੱਗੇ ਲੰਮਾ ਪੈ ਗਿਆ, ਬੜੇ ਪ੍ਰੇਮ ਦੇ ਨਾਲ ਗੁਰੂ ਜੀ ਨੂੰ ਡੰਡੌਤ ਕੀਤੀ ਤੇ ਬੋਲਿਆ ਹੈ, ਬੋਲਿਓ ਮਹਿਮਾ ਲਖੀ ਅਨੂਪ, ਸ੍ਰੀ ਹਰਿ ਕ੍ਰਿਸ਼ਨ ਸੋ ਕ੍ਰਿਸ਼ਨ ਸਰੂਪ। ਕਹਿੰਦੇ ਤੁਹਾਡੀ ਅਨੂਪਮ ਜਿਹੜੀ ਮਹਿਮਾ ਵੇਖ ਲਈ ਹੈ ਮੈਂ, ਵਾਕਈ ਤੁਸੀਂ ਰੱਬੀ ਅਵਤਾਰ ਹੋ, ਵਾਕਈ ਤੁਸੀਂ ਗੁਰੂ ਨਾਨਕ ਦੇ ਸਰੂਪ ਹੋ, ਮੈਂ ਜਾਣ ਗਿਆ ਹਾਂ। ਭੇਦ ਦਤ ਪੂਰੇ ਫੁਰਤ ਮੋਹਿ ਮਨ ਮਾਹੀ, ਬਹੀ ਜੋਤ ਤੁਮ ਹੋਵਨ ਨਾਹੀ। ਹੁਣ ਮੇਰੇ ਮਨ ਦੇ ਵਿੱਚ ਕੋਈ ਭੇਦ ਨਹੀਂ ਰਹਿ ਗਿਆ। ਪਹਿਲਾਂ ਮੈਂ ਤੁਹਾਡੇ ਤੇ ਸ਼ੱਕ ਕੀਤਾ ਕਿ ਨਾਮ ਏਡਾ ਵੱਡਾ ਰੱਖੀ ਫਿਰਦੇ ਹੋ, ਕਿ ਇਹਨਾਂ 'ਚ ਵੀ ਕ੍ਰਿਸ਼ਨ ਵਰਗੀ ਤਾਕਤ ਆ, ਇਸ ਕਰਕੇ ਮੇਰੇ ਮਨ ਵਿੱਚ ਹੁਣ ਕਿਸੇ ਪ੍ਰਕਾਰ ਦਾ ਭੇਦ ਨਹੀਂ ਰਹਿ ਗਿਆ ਹੈ। ਭਵ ਸਾਗਰ ਤੇ ਮੋਹਿ ਆਧਾਰੋ, ਧਾਰੋ ਕਰਨਾ ਬਿਰਦ ਸੰਭਾਰੋ। ਮੈਨੂੰ ਵੀ ਭਵ ਸਾਗਰ ਤੋਂ ਪਾਰ ਕਰਵਾ ਦਿਓ, ਕਿਰਪਾ ਕਰੋ ਮੇਰੇ ਤੇ ਗੁਰੂ ਜੀ, ਆਪਣੇ ਧਰਮ ਨੂੰ ਸੰਭਾਲੋ। ਹੁਣ ਸੁਣ ਬੋਲੇ ਸਤਿਗੁਰ ਅਨੂਪ, ਉਤਮ ਜਾਤੀ ਤੁਮ ਦਿਜ ਰੂਪ। ਫਿਰ ਗੁਰੂ ਹਰਿਕ੍ਰਿਸ਼ਨ ਜੀ ਕਹਿਣ ਲੱਗੇ, ਬ੍ਰਾਹਮਣ ਜੀ ਤੁਸੀਂ ਉੱਤਮ ਜਾਤੀ ਦੇ ਬ੍ਰਾਹਮਣ ਰੂਪ ਹੋ, ਇਸ ਗੱਲ ਦਾ ਆਪਣੇ ਮਨ ਵਿੱਚ ਜਿਹੜਾ ਹੰਕਾਰ ਕਿਉਂ ਕਰ ਰੱਖਿਆ ਹੈ ਤੁਸਾਂ ਨੇ? ਅਨਸ ਵਿਦਿਆ ਕਿਉ ਅਨਚਿਤ ਠਾਨੋ, ਸਿਮਰਨ ਸਤ ਨਾਮ ਮਨ ਮਾਨੋ। ਉਹ ਗੱਲਾਂ ਤੁਸੀਂ ਕਿਉਂ ਕਰਦੇ ਹੋ, ਫਜ਼ੂਲ ਵਾਲੀਆਂ ਬਹਿਸਾਂ ਵਿੱਚ ਕਿਉਂ ਪੈਂਦੇ ਹੋ, ਅਨਉਚਿਤ ਸ਼ਬਦ ਕਿਉਂ ਵਰਤਦੇ ਰਹਿੰਦੇ ਹੋ, ਕੇਵਲ ਸਤਨਾਮ ਦਾ ਹੀ ਸਿਮਰਨ ਕਰਿਆ ਕਰੋ ਮਨ ਦੇ ਵਿੱਚ। ਸੁਣਦੇ ਜਨੇ ਗਰ ਸੂਤ ਤਾਰਾ, ਮੈਂ ਪਾਸੇ ਕਰਵਾਰੇ ਦਵਾਰਾ। ਇਹ ਸੁਣ ਕੇ ਫਿਰ ਉਹ ਬ੍ਰਾਹਮਣ ਜਿਹੜਾ ਸੀ ਨਾ, ਉਹ ਕਹਿਣ ਲੱਗਾ, ਗੁਰੂ ਮਹਾਰਾਜ ਅੱਜ ਤੋਂ ਬਾਅਦ ਮੈਂ ਵੀ ਤੁਹਾਡਾ ਸਿੱਖ ਹੋਇਆ। ਆਪਣੇ ਗਲ ਦਾ ਜਨੇਊ ਲਾ ਕੇ ਆਖਿਆ, ਮੈਂ ਅੱਜ ਤੋਂ ਬਾਅਦ ਇਹ ਬ੍ਰਾਹਮਣ ਹੋਣ ਦਾ ਹੰਕਾਰ ਛੱਡਿਆ,
ਮੈਂ ਵੀ ਆਪ ਜੀ ਦੇ ਦੁਆਰੇ ਦਾ ਸਿੱਖ ਹੋਇਆ ਹਾਂ। ਨਹੀਂ ਜਾਤ ਕੋ ਮਦ ਮੁਝ ਰਹਿਓ, ਏਕ ਆਸਰੋ ਤੁਮਰੋ ਗਹਿਓ। ਅੱਜ ਤੋਂ ਬਾਅਦ ਇਹ ਜਿਹੜਾ ਜਨੇਊ ਸੀ ਇਹਦਾ ਵੇਖ ਵੇਖ ਮੈਨੂੰ ਹੰਕਾਰ ਹੁੰਦਾ ਸੀ, ਹੁਣ ਕੋਈ ਹੰਕਾਰ ਨਹੀਂ ਰਿਹਾ। ਇੱਕ ਤੁਹਾਡਾ ਹੀ ਆਸਰਾ ਮੈਂ ਫੜਿਆ ਹੈ ਅੱਜ ਤੋਂ ਬਾਅਦ। ਪੁਨ ਗੁਰ ਨੇ ਬਾਜਿਓ ਤਿਮ ਰਹੀਐ, ਸਿਮਰੋ ਸਤ ਨਾਮ ਗਤ ਚਈਐ। ਇਹ ਕਹਿ ਕੇ ਗੁਰੂ ਮਹਾਰਾਜ ਕਹਿਣ ਲੱਗੇ, ਫਿਰ ਐਵੇਂ ਜਦੋਂ ਤੁਸੀਂ ਜਿਸ ਦਿਨ ਹੰਕਾਰ ਛੱਡੋਗੇ, ਜਿਸ ਦਿਨ ਬਹਿਸਬਾਜ਼ੀ ਕਰਨੀ, ਜਿਹੜਾ ਸੀ ਵਾਦ ਵਿਵਾਦ ਕਰਨਾ, ਝਗੜਾ ਕਰਨਾ, ਕਲੇਸ਼ ਪਾਉਣੇ ਛੱਡ ਦੇਵੋਗੇ ਤੇ ਉਦੋਂ ਫਿਰ ਤੁਹਾਡਾ ਕਲਿਆਣ ਹੋ ਜਾਏਗਾ। ਸਤਨਾਮ ਦਾ ਸਿਮਰਨ ਕਰੋ ਲੋਕਾਂ ਦੇ ਵਿੱਚ ਬੈਸਣ ਦੇ ਨਾਲੋਂ, ਇਹਦੇ ਨਾਲ ਹੀ ਤੁਹਾਡਾ ਭਲਾ ਹੋਣਾ ਹੈ। ਨੈਦ ਜਮਾਨੇ ਬਾਰੰਗ ਬਾਰੀ, ਕਹੈ ਗਣੀ ਮੈਂ ਸਰਨ ਤੁਮਾਰੀ। ਇਸ ਕਰਕੇ ਗੁਰੂ ਮਹਾਰਾਜ ਫਿਰ ਕਹਿਣ ਲੱਗੇ ਕਿ ਇਹ ਸਤਨਾਮ ਵਿੱਚ ਹੀ ਤੁਹਾਡਾ ਭਲਾ ਹੋ ਜਾਏਗਾ। ਪਰ ਜਿਹੜਾ ਬ੍ਰਾਹਮਣ ਸੀ ਨਹੀਂ ਮੰਨਦਾ ਸੀ, ਕਹਿੰਦਾ ਸੀ ਗੁਰੂ ਮਹਾਰਾਜ ਮੇਰੇ ਤੇ ਕਿਰਪਾ ਕਰੋ, ਮੈਨੂੰ ਆਪਣਾ ਸਿੱਖ ਬਣਾਓ, ਮੈਂ ਤੁਹਾਡੀ ਸ਼ਰਨ ਫੜੀ ਹੈ। ਤਬ ਸਤਿਗੁਰ ਕੇ ਚਰਨ ਪਖਾਰੇ, ਪਹੁਰੇ ਲਈ ਪਇਓ ਅਨਸਾਰੇ। ਇਹ ਫਿਰ ਸਤਿਗੁਰੂ ਜੀ ਦੇ ਚਰਨ ਜਿਹੜੇ ਸੀ ਨਾ, ਉਹਨਾਂ ਦੀ ਪੌਲ ਲਈ ਆ ਇਹਨੇ, ਚਰਨ ਧੋਤੇ ਤੇ ਚਰਨਾਂ ਵਾਲਾ ਜਲ ਛਕਿਆ। ਗੁਰੂ ਮਹਾਰਾਜ ਦੀ ਆਗਿਆ ਦੇ ਅਨੁਸਾਰ ਹੋ ਗਿਆ। ਇਹ ਬ੍ਰਾਹਮਣ ਜਿਹੜਾ ਪਹਿਲਾਂ ਹੰਕਾਰਿਆ ਹੋਇਆ ਸੀ। ਪਰਮਾਰਥ ਮਗ ਨਦਰੀ ਆਇਓ, ਗੁਰੂ ਮਹਾਤਮ ਕੋ ਲਖ ਪਾਇਓ। ਫਿਰ ਇਹ ਜਿਹੜਾ ਪਰਮਾਰਥ ਦਾ ਰਾਹ ਸੀ ਇਹਨੂੰ ਨਜ਼ਰੀ ਆ ਗਿਆ, ਉਹ ਦੇਖਣ ਲੱਗ ਗਿਆ, ਸਤਨਾਮ ਸਤਨਾਮ ਜਪਣ ਲੱਗਾ। ਗੁਰੂ ਮਹਾਰਾਜ ਦੇ ਮਹਾਤਮ ਨੂੰ ਸਮਝ ਗਿਆ। ਆਪਣੀ ਵਿਦਿਆ ਦਾ ਹੰਕਾਰ ਇਹਨੇ ਛੱਡ ਦਿੱਤਾ। ਪੜ੍ਹੇ ਗ੍ਰੰਥਾਂ ਦਾ, ਪੜ੍ਹੇ ਹੋਏ ਇਹ ਗ੍ਰੰਥਾਂ ਦਾ ਮਾਣ ਜਿਹੜਾ ਸੀ ਨਾ, ਤੇ ਉਹ ਫਿਰ ਇਹਨੇ ਛੱਡ ਦਿੱਤਾ ਤੇ ਉਸ ਤੋਂ ਬਾਅਦ ਗੁਰੂ ਜੀ ਦਾ ਸਿੱਖ ਹੋ ਗਿਆ ਤੇ ਜਾਤ ਦਾ ਹੰਕਾਰ ਛੱਡ ਕੇ ਚੰਗੇ ਕੰਮ ਕਰਨ ਲੱਗ ਗਿਆ। ਇਹ ਜਿਹੜਾ ਬ੍ਰਾਹਮਣ ਸੀ, ਤਾਂ ਐਸੇ ਸਾਹਿਬ ਜੀ ਦੇ ਨਾਲ ਜਦੋਂ ਮੇਲੇ ਹੋਏ, ਹੰਕਾਰ ਦਾ ਮੋਤੀਆ ਉਤਰਿਆ ਤੇ ਪ੍ਰੇਮ ਦੀਆਂ ਲਹਿਰਾਂ ਅੰਦਰ ਵਗੀਆਂ ਨੇ ਤੇ ਗੁਰੂ ਕਾ ਸਿੱਖ ਬਣ ਕੇ ਇਹ ਬ੍ਰਾਹਮਣ ਨੇ ਆਪਣੀ ਜ਼ਿੰਦਗੀ ਸਫਲ ਬਣਾਈ। ਸੋ ਅੱਜ ਜਿਹੜਾ ਉੱਥੇ ਅਸਥਾਨ ਹੈ ਪੰਜੋਖਰਾ ਸਾਹਿਬ, ਬਹੁਤ ਸੋਹਣਾ ਗੁਰਦੁਆਰਾ ਸਾਹਿਬ ਉੱਥੇ ਬਣਿਆ ਹੋਇਆ ਹੈ ਜੀ। ਤੇ ਉਸ ਜਗ੍ਹਾ ਦੇ ਵਿੱਚ ਬਹੁਤ ਸੋਹਣਾ ਸਰੋਵਰ ਵੀ ਇਤਿਹਾਸਕ ਸਥਾਨ ਹੋਣ ਕਰਕੇ ਬਣਿਆ। ਵੱਡੀ ਗਿਣਤੀ ਵਿੱਚ ਸੰਗਤਾਂ ਉੱਥੇ ਜਾਂਦੀਆਂ ਨੇ ਤੇ ਉੱਥੇ ਜਿਹੜੇ ਬੱਚੇ ਬੋਲਦੇ ਨਹੀਂ, ਕਈ ਲੇਟ ਬੋਲਣ ਲੱਗਦੇ ਨੇ ਨਿਆਣੇ, ਉਹਨਾਂ ਨੂੰ ਲਿਜਾਂਦੀ ਆ ਸੰਗਤ, ਉਹਨਾਂ ਦਾ ਮੱਥਾ ਟਿਕਾਇਆ ਜਾਂਦਾ ਹੈ। ਉਹ ਬਾਲੜੇ ਪ੍ਰੀਤਮ ਜੀ ਦੇ ਇਤਿਹਾਸਕ ਸਥਾਨ ਤੇ ਇੱਥੇ ਗੁਰੂ ਸਾਹਿਬ ਜੀ ਨੇ ਕਦੇ ਹੱਥਾਂ ਦੇ ਨਾਲ ਰੇਤਾ ਇਕੱਠੀ ਕਰਕੇ ਢੇਰੀ ਬਣਾਈ ਸੀ ਤੇ ਜਿੱਥੇ ਇੱਕ ਬਿਲਕੁਲ ਪੱਧਰ ਬੰਦਾ, ਸਿੱਧਾ ਬੰਦਾ ਜਿਹਨੂੰ ਆਖਿਆ ਜਾਂਦਾ, ਛੱਜੂ ਝੀਵਰ, ਤੇ ਉਹਦੇ ਤੋਂ ਗੀਤਾ ਦੇ ਅਰਥ ਕਰਵਾਏ ਸੀ। ਉਸ ਸਥਾਨ ਤੇ ਹੁਣ ਬੱਚਿਆਂ ਦਾ ਮੱਥਾ ਤੇ ਸੰਗਤਾਂ ਆਪ ਜਾਂਦੀਆਂ ਨੇ। ਬਹੁਤ ਵੱਡੀ ਗਿਣਤੀ ਵਿੱਚ ਉੱਥੇ ਹਰੀ ਦਾ ਜਸ ਹੁੰਦਾ ਹੈ। ਤਾਂ ਐਸਾ ਸਥਾਨ ਬਣਿਆ ਉੱਥੇ ਗੁਰੂ ਮਹਾਰਾਜ ਦੀ ਯਾਦ ਵਿੱਚ, ਜਿਹੜਾ ਕਿ ਬੜਾ ਹੀ ਸੋਹਣਾ ਹੈ। ਤਾਂ ਐਸੇ ਗੁਰੂ ਮਹਾਰਾਜ ਹਨ ਜਿਨ੍ਹਾਂ ਦੇ ਵਿੱਚ ਇੰਨੀ ਸ਼ਕਤੀ ਸੀ ਕਿ ਇੱਕ ਆਮ ਜਿਹੇ ਬੰਦੇ ਤੇ ਕਿਰਪਾ ਕਰ ਦੇਣ, ਜਿਹਨੂੰ ਦੁਨੀਆ ਦੇ ਲੋਕ ਮੂੜ ਕਹਿੰਦੇ ਸੀ, ਮੂਰਖ, ਬਿਲਕੁਲ ਭੋਲਾ ਭਾਲਾ ਸਿੱਧਾ ਪੱਧਰ ਬੰਦਾ, ਉਹਦੇ ਤੋਂ ਗੀਤਾ ਦੇ ਅਰਥ ਕਰਵਾਏ ਸੀ। ਆਖਿਆ ਸੀ ਜੇ ਅਸੀਂ ਕਰ ਦਿੱਤੇ ਬ੍ਰਾਹਮਣ ਜੀ, ਯਕੀਨ ਤੁਹਾਨੂੰ ਤਾਂ ਵੀ ਨਹੀਂ ਆਉਣਾ, ਤੁਸੀਂ ਕਹਿਣਾ ਕਿਸੇ ਤੋਂ ਪੜ੍ਹੇ ਹੋਣੇ ਨੇ ਬਚਪਨ 'ਚ, ਕਿ ਕਿਸੇ ਨੇ ਸਿਖਾ ਦਿੱਤੇ ਹੋਣੇ ਆ, ਤੇ ਜਿਹਨੂੰ ਮਰਜ਼ੀ ਤੁਸੀਂ ਲੈ ਆਓ ਪਿੰਡ 'ਚੋਂ ਜਾ ਕੇ। ਫਿਰ ਉਹ ਆ ਜਿਹੜਾ ਸਭ ਤੋਂ ਪਿੰਡ ਵਿੱਚ ਸਭ ਤੋਂ ਪੱਧਰ ਬੰਦੇ ਨੂੰ, ਸਿੱਧੇ ਬੰਦੇ ਨੂੰ ਲਿਆਂਦਾ ਗੁਰੂ ਸਾਹਿਬ ਜੀ ਨੇ ਆਪਣੀ ਛੜੀ। ਇਹ ਵੀ ਕਈ ਇਤਿਹਾਸਕਾਰ ਕਹਿੰਦੇ ਉਹ ਸਿਰ ਤੇ ਰੱਖੀ ਤੇ ਕਹਿਣ ਲੱਗੇ ਸੁਣਾ ਦਿਓ ਜੀ ਅਰਥ ਫਿਰ ਸਾਰੇ। ਤਾਂ ਬ੍ਰਾਹਮਣ ਨੂੰ ਤਾਂ ਬੋਲਣ ਹੀ ਨਹੀਂ ਦਿੱਤਾ। ਫਿਰ ਉਦੋਂ ਜਦੋਂ ਗੁਰੂ ਮਹਾਰਾਜ ਦੀ ਕਿਰਪਾ ਹੋ ਗਈ, ਬ੍ਰਾਹਮਣ ਤੋਂ ਤਾਂ ਬੋਲਿਆ ਹੀ ਨਹੀਂ ਗਿਆ। ਸਵਾਲ ਵੀ ਆਪ
ਜਵਾਬ ਵੀ ਆਪ ਝੀਵਰ ਨਹੀਂ ਦਿੱਤੇ। ਜਿਹੜੇ ਮਨ ਵਿੱਚ ਸੋਚੇ ਸੀ ਨਾ ਬ੍ਰਾਹਮਣ ਨੇ, ਸਵਾਲ ਸਾਰੇ ਦੱਸ ਦੇ ਕਿ ਇਹ ਤੂੰ ਮਨ ਵਿੱਚ ਸੋਚੀ ਜਾਨਾ, ਇਹਦੇ ਅਰਥ ਇਹ ਨੇ, ਇਹ ਭਾਗਵਤ ਗੀਤਾ ਦੇ ਬੋਲ ਦੇ ਅਰਥ ਇਹ ਨੇ। ਇੱਕ ਇੱਕ ਕਰਕੇ 10 ਸੋਚੇ ਸੀ ਤੇ 20 ਦੇ ਅਰਥ ਉਹਨੇ ਕੀਤੇ। ਫਿਰ ਉਹਦੀ ਤਸੱਲੀ ਹੋਈ। ਫਿਰ ਆਖਿਆ ਮਹਾਰਾਜ ਵਾਕਈ ਤੁਸੀਂ ਰੱਬੀ ਅਵਤਾਰ ਹੋ। ਤਾਂ ਇਸ ਕਰਕੇ ਕਈ ਵਾਰੀ ਅਸੀਂ ਹੰਕਾਰ ਵਿੱਚ ਆ ਕੇ ਗੁਰੂ ਸਾਹਿਬ ਜੀ ਤੇ ਸ਼ੱਕ ਕਰ ਬਹਿੰਦੇ ਹਾਂ। ਗੁਰੂ ਸਾਹਿਬ ਜੀ ਸਰਬ ਕਲਾ ਸਮਰੱਥ ਨੇ, ਚਾਹੁਣ ਤੇ ਇੱਕ ਗੂੰਗੇ ਤੋਂ ਗੀਤਾ ਦੇ ਅਰਥ ਕਰਵਾ ਸਕਦੇ ਨੇ, ਜਿਹੜਾ ਬੋਲ ਨਹੀਂ ਸਕਦਾ। ਜੇ ਗੁਰੂ ਸਾਹਿਬ ਜੀ ਚਾਹੁਣ, ਜੇ ਉਹਨਾਂ ਦੀ ਕਿਰਪਾ ਹੋ ਜੇ ਤਾਂ ਅੱਜ ਵੀ ਉਹ ਬੜਾ ਪਿਆਰਾ ਸਥਾਨ ਆ, ਬਹੁਤ ਸੋਹਣਾ। ਸੰਗਤਾਂ ਨੂੰ ਉੱਥੇ ਜਾ ਕੇ ਉਹਦੇ ਜ਼ਰੂਰ ਦਰਸ਼ਨ ਕਰਨੇ ਚਾਹੀਦੇ ਨੇ ਪਿਆਰਿਓ। ਉਸ ਜਗ੍ਹਾ ਉੱਪਰ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦੀਆਂ ਅਸੀਸਾਂ ਨੇ। ਮਹਾਰਾਜ ਨੇ ਆਖਿਆ ਸੀ ਸਾਡੇ ਸਰੀਰ ਦੇ ਦਰਸ਼ਨ ਜੇ ਨਹੀਂ ਹੋਏ, ਇੱਥੇ ਪੰਜੋਖਰੇ ਆ ਜਾਣਾ ਤੇ ਇਹਦੇ ਵਿੱਚੋਂ ਪ੍ਰੇਮ ਦੇ ਨਾਲ ਭਰਾਇਓ ਤੇ ਸਾਡੇ ਤੁਹਾਨੂੰ ਦਰਸ਼ਨ ਹੋਣਗੇ। ਇਹ ਮਹਾਰਾਜ ਨੇ ਆਖਿਆ ਸੀ। ਤਾਂ ਸਾਨੂੰ ਉੱਥੇ ਜਾਣਾ ਚਾਹੀਦਾ ਹੈ ਜ਼ਰੂਰ। ਇਹੋ ਜਿਹੇ ਸਥਾਨਾਂ ਦੇ ਦਰਸ਼ਨ ਕਰਨੇ ਚਾਹੀਦੇ ਨੇ। ਗੁਰੂ ਮਹਾਰਾਜ ਕਿਰਪਾ ਕਰਨ। ਅੱਜ ਦੇ ਦੀਵਾਨ ਵਿੱਚ ਇਤਨਾ ਹੀ। ਗੁਰੂ ਸਾਹਿਬ ਜੀ ਦੀ ਸ਼ਾਨ ਬੜੀ ਉੱਚੀ ਹੈ। ਸ਼੍ਰੀ ਹਰਿਕ੍ਰਿਸ਼ਨ ਤੇ ਆਈਏ, ਜਿਸ ਡਿੱਠੇ ਸਭ ਦੁੱਖ ਜਾਏ। ਸ਼ਾਨ ਵਿੱਚ ਬੋਲਦੇ ਹਾਂ, ਇੱਕ ਨਹੀਂ ਬਹੁਤ 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 ਭੁੱਲਾਂ ਹੋ ਗਈਆਂ ਹਨ ਜੀ। ਅੱਗੇ ਵਾਸਤੇ ਅਸੀਸ ਆਪਣਾ ਪਿਆਰ ਬਖਸ਼ੋ ਜੀ। ਆਓ ਅਖੀਰਲੀ ਪੰਕਤੀ ਪੜ੍ਹ ਕੇ ਫਤਿਹ ਅਰਜ ਕਰੀਏ ਜੀ। ਤਬ ਸਤਿਗੁਰ ਕੇ ਚਰਨ ਪਖਾਰੇ, ਪੌਲ ਲਈ ਪੈ ਨਸਾਰੇ। ਪਰਮਾਰਥ ਮਗਨ ਨਗਰੀ ਆਇਓ, ਗੁਰੂ ਮਹਾਤਮ ਕੋ ਲਖ ਪਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।